फर्क ही रंगा तीन कारण पर किसी पता नहीं कि अगले पासे प्यार मिलेगा, लोड़ पूरी होगी, जरूरत पूरी होगी कि नहीं। धन श्री गुरु अर्जन देव महाराज सच्चे पातशाह जी आप जी का ऐसा है जिथे आया प्यार भी मिलता है, लोड़ां भी पूरियां होंदियां ते परम गति भी होंदी है। क्योंकि मैं आस तक के कह देना है सतगुरु किसी न किसी द्वारे तो कोई मुड़ सकता है, पर तेरे घरों मुड़ना मुश्किल है। तू वड्या देवतियां तो वड्डा देवता है, पीरां तो वड्डा पीर है, परमेश्वर दी गमी जोत निरंकारी स्वरूप है। सो आप वडभागे हो साध संगत जी, नवें महीने की लख लख वधाई हो। गुरु नानक दे घर अंदर इस 7वां महीना प्रारंभ होया है। चेत 1 विसाख 2 जेठ 3 हाड़ 4 सौण 5 भादों 6 ते असू। गुरु नानक नाम लेवा जिहड़ियां रूहां ने वो इस महीने नूं सिजदा करदियां ने। तो कुछ समा महीने की विचार उपरंत गुरु साहब का लड़ीवार इतिहास साझा होना है। आप संगतां बहुत वडभागे हो, गुरफतेह की सांझ पाओ। आखो जी वाहिगुरू जी का खालसा वाहिगुरू जी की फतेह। ओंकार सतनाम करता पुरख निर्भयो
ਪਲ ਚਸਾ ਨਾ ਵਿਛੜਾ। ਸੇਵ ਕਰੀ 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 ਪਲ ਚਸਾ ਨਾ ਵਿਛੜਾ। ਜਨ ਨਾਨਕ ਦਾਸ ਤੁਮਾਰੇ ਜੀਓ। 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 ਭਾਗ ਹੋਆ ਗੁਰ ਸੰਤ ਮਿਲਾਇਆ। 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 ਪ੍ਰਭ ਅਬਿਨਾਸੀ ਘਰ ਮੈਂ ਪਾਇਆ। 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 ਸੱਚੇ ਪਾਤਸ਼ਾਹ ਬਹੁਤ ਹੀ ਵੱਡੇ ਭਾਗ ਸੰਤ ਜੀ, ਜਿਹੜਾ ਸਤਿਗੁਰੂ ਦੇ ਕੋਲੇ ਬਹਿਣ ਨੂੰ ਥਾਂ ਮਿਲ ਗਿਆ। ਬਹੁਤ ਹੀ ਵੱਡੇ ਭਾਗ। ਭਾਗ ਹੋਆ ਗੁਰ ਪ੍ਰਭ ਅਬਿਨਾਸੀ। ਕਹਿੰਦੇ ਜਿਸ ਪ੍ਰਭੂ ਨੂੰ ਲੋਕੀ ਪਹਾੜਾਂ ਵਿੱਚ, ਕੰਦਰਾਂ ਵਿੱਚ, ਮਸਜਿਦਾਂ ਵਿੱਚ, ਮੰਦਰਾਂ ਵਿੱਚ, ਗੁਰਦੁਆਰਿਆਂ ਵਿੱਚ, ਧਰਮਸ਼ਾਲਾ ਵਿੱਚ ਲੱਭਦੇ ਐ, ਅੱਜ ਮੈਨੂੰ ਮੇਰੇ ਅੰਦਰੋਂ ਲੱਭਾ। ਬੁੱਲਿਆ ਸ਼ੌ ਤੇਥੋਂ ਵਾਖਣੀ ਉਹ ਤੇਰੀ ਵੇਖਣ ਵਾਲੀ। ਉਹ ਤੇ ਤੇਥੋਂ ਪਰ ਤੇਰਾ ਵੀ ਜਿੰਨਾ ਅੱਖਾਂ ਨਾਲ ਵੇਖਣਾ ਉਹਨਾਂ ਚ। ਇਹ ਸੱਚ ਹੈ। ਕਿਤੇ ਤੁਸੀਂ ਚਾਹ ਛਬੀਲ ਜਾਂ ਕੋਈ ਛਕਣਾ ਹੋਵੇ ਨਾ, ਤੇ ਤੁਹਾਡੇ ਗਲਾਸ ਵਿੱਚ ਮਿੱਟੀ ਹੋਵੇ, ਤੇ ਜਿਹੜਾ ਵਰਤਾਉਣ ਵਾਲਾ ਉਹ ਕਹਿੰਦਾ ਭਾਈ ਸਾਹਿਬ ਜੀ ਤੁਹਾਡਾ ਗਲਾਸ ਖਰਾਬ ਹੈ, ਚਾਹ ਨਹੀਂ ਪਾਵੇਗਾ, ਦੁੱਧੀ ਦੁੱਧ ਨਹੀਂ ਪਾਵੇਗਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਨ੍ਹਾਂ ਅੱਖਾਂ ਦੇ ਨਾਲ ਤੂੰ ਸਾਈਂ ਵੇਖਣਾ ਸੀ ਨਾ, ਉਹਨਾਂ ਅੱਖਾਂ ਦੇ ਵਿੱਚ ਗੰਦਗੀ ਬਹੁਤ ਹੈ। ਤਾਂ 4-4 5-5 ਘੰਟੇ ਮੂਵੀਆਂ ਵੇਖਣਾ, ਦੁਨੀਆ ਦੇ ਰੰਗ ਇਹਨਾਂ ਅੱਖਾਂ ਨਾਲ ਵੇਖਣਾ। ਜੇ ਇਹਨਾਂ ਅੱਖਾਂ ਨਾਲ ਗੁਰੂ ਨਾਨਕ ਵੇਖਣਾ ਤੇ ਬਾਬਾ ਆਨੰਦ ਸਿੰਘ ਨੂੰ ਪੁੱਛੀ। ਸਾਰੇ ਕਹਿੰਦੇ ਸੀ ਬਾਬਾ ਆਨੰਦ ਸਿੰਘ ਜੀ ਨੇ ਪ੍ਰਤੱਖ ਗੁਰੂ ਨਾਨਕ ਦੇ ਦਰਸ਼ਨ ਕੀਤੇ। ਉਹਦਾ ਕਾਰਨ ਕੀ ਸੀ? ਉਹਨਾਂ ਦੀਆਂ ਅੱਖਾਂ ਅੱਠੇ ਪੈਰ ਗੁਰਬਾਣੀ 'ਚ ਖੁੱਭੀਆਂ ਸੀ। ਤੇ ਜਦੋਂ ਗੁਰਬਾਣੀ ਦੇ ਵਿੱਚ ਅੱਖਾਂ ਖੁੱਭ ਜਾਂਦੀਆਂ ਨੇ, ਉੱਥੇ ਫਿਰ ਸਤਿਗੁਰੂ ਗਰੀਬ ਨਵਾਜ਼ ਜੀ ਦੀ ਕਿਰਪਾ ਆਪੇ ਵਰਤਦੀ ਹੈ। ਆਪ ਹੀ ਸਤਿਗੁਰੂ ਰਹਿਮਤ ਦਾ ਮੀਂਹ ਪਾ ਦਿੰਦੇ ਹੈ। ਤੋ ਇਸ ਕਰਕੇ ਆਓ ਸਾਧ ਸੰਗਤ ਜੀ, ਅੱਜ ਸੰਗਰਾਂਦ ਹੈ।
ਤੇ ਸਵੇਰੇ ਅੰਮ੍ਰਿਤ ਵੇਲੇ ਇੱਕ ਬਜ਼ੁਰਗ ਮਿਲਿਆ, ਕਹਿੰਦੇ ਬਾਬਾ ਮਹੀਨਾ ਹੀ ਸੁਣਾ ਦਿਓ। ਇਹ ਸੁਣਾ ਦਿੰਦੇ ਆ। ਤੇ ਆਇਆ ਮੁੱਖ ਵਾਗ ਸੁਣਾਇਆ। ਕਿੰਨੀ ਕੁ ਉਮਰ ਹੋ ਗਈ ਬਜ਼ੁਰਗੋ? ਕਹਿੰਦੇ 70 ਸਾਲ। ਤੇ ਮੈਂ ਕਿਹਾ ਬਾਪੂ ਜੀ ਸੰਗਰਾਂਦ ਕਿਹਨੂੰ ਕਹਿੰਦੇ ਆ? ਕਹਿੰਦਾ ਮੈਂ ਹਰ ਸੰਗਰਾਂਦ ਤੇ ਇੱਥੇ ਵੀ ਜਾਣਾ ਤਾਂ ਬੇਰ ਸਾਹਿਬ ਵੀ ਜਾਣਾ। ਤੇ ਮੈਂ ਕਿਹਾ ਵੀ ਸੰਗਰਾਂਦ ਕਿਹਨੂੰ ਕਹਿੰਦੇ, ਇਹਦਾ ਕੀ ਮਤਲਬ ਹੁੰਦਾ? ਕਹਿੰਦੇ ਸੰਗਰਾਂਦ ਹੁੰਦੀ ਹੈ, ਮਹੀਨੇ ਬਾਅਦ ਦਿਨ ਆਉਂਦਾ ਭਾਗਾਂ ਵਾਲਾ। ਚਲੋ ਆਪਣੀ ਜਗ੍ਹਾ ਠੀਕ ਸੀ। ਇੱਥੇ MA B.Ed LLB ਵਾਲੇ ਬੈਠੇ ਐ, ਉਹਨਾਂ ਨੂੰ ਪੁੱਛ ਲਿਓ ਵੀ ਸੰਗਰਾਂਦ ਕਿਹਨੂੰ ਕਹਿੰਦੇ, ਨਹੀਂ ਪਤਾ। ਕ੍ਰਾਂਤੀ ਦਾ ਦਿਨ ਹੈ, ਤਬਦੀਲੀ ਦਾ ਦਿਨ ਹੈ, ਇਨਕਲਾਬ ਦਾ ਦਿਨ ਚੁਣਿਆ ਗਿਆ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਅੱਜ ਤਰੀਕ ਬਦਲ ਗਈ, ਵਾਰ ਬਦਲ ਗਿਆ, ਰੁੱਤ ਬਦਲ ਗਈ, ਮਹੀਨਾ ਬਦਲ ਗਿਆ, ਥਿੱਤ ਬਦਲ ਗਈ। ਇੱਕ ਚੀਜ਼ ਨਹੀਂ ਬਦਲੀ। ਕੌਣ ਭਲਾ? ਆਪਾਂ। ਆਖੋ ਸਤਨਾਮ। ਸਾਲ 'ਚ ਕਿੰਨੇ ਮਹੀਨੇ? 12। ਦਿਨ ਕਿੰਨੇ? 365। ਇੰਨੇ ਸਾਲ ਸੰਗਰਾਂਦਾਂ ਮਨਾਈਆਂ, ਸਾਰਾ ਕੁਝ ਬਦਲ ਗਿਆ, ਪਰ ਇਹਨੇ ਉੱਥੇ ਕੀਲਾ ਗੱਡਿਆ। ਕਹਿੰਦੇ ਆਪਾਂ ਇੱਦਾਂ ਹੀ ਰਹਿਣਾ, ਆਪਾਂ ਥੋੜ੍ਹੀ ਨਾ ਬਦਲਣਾ ਹੈ। ਮਹਾਰਾਜ ਨੇ ਤਾਂ ਸਾਨੂੰ ਇਹ ਦਿਨ ਦਿੱਤਾ ਸੀ, ਬਦਲੋ, ਥੋੜ੍ਹਾ ਜਿਹਾ ਤਬਦੀਲ ਕਰੋ ਆਪਣੇ ਆਪ ਨੂੰ। ਅਗਲਾ ਟਾਈਮ ਆਉਂਦਾ ਜਾਂਦਾ। ਤੁਹਾਨੂੰ ਪਤਾ ਕਿ ਜਦੋਂ ਬੰਦੇ ਨੇ ਬਾਹਰ ਜਾਣਾ ਹੋਵੇ ਕਿੰਨਾ ਤਬਦੀਲ ਹੋ ਜਾਂਦਾ। ਮਾਫੀ ਦਿਓ, ਮੈਂ ਉਦਾਹਰਨ ਦੇਣ ਲੱਗਾ ਵੀ ਜਿਸ ਭੈਣ ਵੀਰ ਨੇ ਕਦੇ ਲੋਅਰ ਟੀ-ਸ਼ਰਟ ਜਾਂ ਪੈਂਟ ਕੋਟ ਨਹੀਂ ਪਾਇਆ, ਉਹਨਾਂ ਨੂੰ ਵੀ ਪਾਉਣਾ ਪੈਂਦਾ। ਸਾਡਾ ਇੱਕ ਰਿਸ਼ਤੇਦਾਰ ਸੀ, ਉਹ ਚਾਦਰ ਬੰਨ੍ਹਦਾ ਸੀ। ਬੱਚਿਆਂ ਨੇ ਉੱਥੋਂ ਸਪਾਂਸਰ ਕੀਤੀ ਤੇ ਉਹਨੇ ਜਾਣਾ, ਉਹ ਕਵੇ ਮੈਂ ਇੱਦਾਂ ਹੀ ਜਾਣਾ। ਉਹ ਕਹਿੰਦੇ ਵੀ ਹੱਸਣਗੇ ਲੋਕ ਵੇਖ ਕੇ, ਉੱਥੇ ਚਾਦਰ ਬੰਨ੍ਹ ਕੇ ਜਾਣਾ ਤੂੰ? ਕਹਿੰਦਾ ਮੈਂ ਪਰਨਾ ਡੱਬੀਆਂ ਵਾਲਾ ਤੇ ਚਾਦਰ ਨਾ ਜਾਣਾ। ਉਹਨੂੰ ਮਸਾਂ ਮਨਾਇਆ, ਮਨੂ ਕੇ ਤੇ ਉਹਨੂੰ ਚਲੋ ਪੈਂਟ ਸ਼ਰਟ ਕੀ ਪਾਉਣੀ, ਕੁੜਤੀ ਪਜਾਮੇ ਤੱਕ ਲਿਆਂਦਾ। ਫਿਰ ਵਧੀਆ ਉਹਦੀ ਦਾੜੀ ਨੂੰ ਲਾ ਕੇ ਫਿਕਸੋ ਉਹਨੂੰ ਬੱਧਾ, ਸੋਹਣੀ ਪੱਗ ਸਜਾਈ। ਉਹ ਕਹਿੰਦਾ ਆ ਕੀ ਬੰਨਤਾ, ਮੈਂ ਤੇ ਕੰਧ 'ਚ ਵੱਜ ਜਾਣਾ। ਸੁਭਾਅ ਦੀ ਮੈਂ ਗੱਲ ਕਰਦਾ ਵੀ ਇੱਕ ਛੋਟੇ ਜਿਹੇ ਦੇਸ਼ ਵਿੱਚ ਜਾਣਾ ਤੇ ਤਬਦੀਲ ਹੋਣਾ ਪੈਂਦਾ ਏ। ਚੱਪਲਾਂ ਪਾ ਕੇ ਨਹੀਂ, ਬੂਟ ਪਾਉਣੇ ਪੈਂਦੇ, ਵਧੀਆ ਵਰਦੀ ਪਾਉਣੀ ਪੈਂਦੀ, ਮਾਸਕ ਲਾਉਣਾ ਪੈਂਦਾ ਏ, ਥੋੜ੍ਹੀ ਜਿਹੀ ਪਰਸਨੈਲਿਟੀ ਵਧਾਉਣੀ ਪੈਂਦੀ ਹੈ। ਬਾਬਾ ਕਹਿੰਦਾ ਜੇ ਨਿੱਕੇ ਜਿਹੇ ਦੇਸ਼ ਵਿੱਚ ਜਾਣਾ ਤੇ ਕਿੰਨਾ ਬਦਲਣਾ ਪੈਂਦਾ ਹੈ। ਤੇ ਜੇ ਮੇਰੇ ਦੇਸ਼ 'ਚ ਆਉਣਾ, ਫਿਰ ਮੇਰੇ ਦੇਸ਼ ਵਿੱਚ ਆਉਣਾ ਤੇ ਉਤਰਾਂ ਦੇ ਰਹਿ ਜਾਣਾ ਜਿੱਦਾਂ ਦੇ ਜੰਮੇ ਸੀ। ਇਸ ਕਰਕੇ ਦੁਨਿਆਵੀ ਤੌਰ ਤੇ ਬੰਦਾ ਬਦਲ ਜਾਂਦਾ, ਪਰ ਰੂਹਾਨੀਅਤ 'ਚ ਜੀ ਨਹੀਂ ਕਰਦਾ। ਤਾਂ ਮਾਰੇ ਜਪਜੀ ਸਾਹਿਬ 'ਚ ਕਹਿੰਦੇ ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਜਿੱਥੇ ਭਗਤ ਆਵੇਗਾ ਪੱਬਾ ਗੱਗਾ ਤੱਤਾ, ਉੱਥੇ ਇਨਸਾਨ ਦੀ ਗੱਲ ਹੈ। ਜਿੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਵਿਆਕਰਨ ਚਾਹੂਗੀ, ਉਹਦੇ ਅਰਥ ਬਦਲ ਜਾਣੇ। ਜਿਨ੍ਹਾਂ ਨੇ ਪੜ੍ਹਿਆ ਸੰਥਿਆ ਕੀਤੀ ਹੈ, ਕਈ ਤੇ ਲੜ ਪੈਂਦੇ, ਕਹਿੰਦੇ BA MA ਕਰ ਲਈ, ਜੇ ਇਹ ਪੰਜਾਬੀ ਹੈ, ਇਹ 'ਚ ਕੀ ਹੈ? ਨਹੀਂ ਪਿਆਰਿਓ, ਜਿੱਥੇ ਦੁਨੀਆ ਦੀਆਂ ਪੜ੍ਹਾਈਆਂ ਖਤਮ ਹੋ ਜਾਂਦੀਆਂ, ਗੁਰੂ ਗ੍ਰੰਥ ਸਾਹਿਬ ਉੱਥੋਂ ਸ਼ੁਰੂ ਹੁੰਦੇ ਆ। ਅਸੀਂ ਤੇ ਆਪਾਂ ਆਪ ਤੁਹਾਡੇ ਵਰਗੇ ਆ, ਸੰਗਤਾਂ ਦੀ ਸੀਸ ਕਰਕੇ ਬੋਲੀ ਜਾਣੇ, ਇਹਨੂੰ ਬਹੁਤ ਔਖਾ ਖੋਜਣਾ। ਇਹਦਾ ਇੱਕ ਇੱਕ ਅੱਖਰ ਇੰਨਾ ਕੁ ਵਡਮੁੱਲਾ ਬਾਪੂ ਦਾ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਛੜਾਓ। ਹੀਰਿਆਂ ਤੋਂ ਮਹਿੰਗੇ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੇ, ਜੇ ਕੋਈ ਕਮਾਲੇ। ਤੋ ਮਾਰੇ ਜਪਜੀ ਸਾਹਿਬ 'ਚ ਕਹਿੰਦੇ ਧਿਆਨ ਦੇਣਾ ਜੀ। ਕਹਿੰਦੇ ਚੌਂਕੜਾ ਮਾਰਿਆ, ਪਾਠ ਕੀਤਾ, ਸੇਵਾ ਕੀਤੀ, ਉਦਣ ਤੇਰੀ ਸਫਲ ਹੋਣੀ ਜਿੱਦਣ ਤੇਰੀ ਭਗਤੀ 'ਚ ਗੁਣ ਆ ਜਾਣਗੇ। ਗੁਣ ਜ਼ਰੂਰੀ ਹੈ। ਗੁਣ ਕੀ ਹੈ? ਯੂਨੀਫਾਰਮ, ਬੋਲਣਾ, ਬੈਠਣਾ, ਉੱਠਣਾ। ਤੇ ਜਿਸ ਬੱਚੇ ਦੀ ਯੂਨੀਫਾਰਮ ਪੂਰੀ ਨਹੀਂ ਹੈ, ਨੱਕ ਲਿਬੜਿਆ, ਜੂੜਾ ਖੁੱਲਿਆ, ਉਹਨੂੰ ਪੇਪਰ 'ਚ ਭਾਊ ਕੋਈ ਬਦਰੰਗ ਮੋੜਨਗੇ। ਤੋ ਮਹਾਰਾਜ ਇਹ ਵੀ ਇੱਕ ਪੜ੍ਹਾਈ ਹੈ। ਇਹ ਪੜ੍ਹਾਈ ਉਹ ਲੋਕ ਕਰਦੇ ਜਿਨ੍ਹਾਂ ਨੇ ਰੱਬ ਦੇ ਘਰ ਜਾਣਾ। ਦੁਨਿਆਵੀ ਸਟੱਡੀ ਉਹ ਕਰਦੇ ਵੀ ਚੰਗੀ ਨੌਕਰੀ, ਚੰਗੀ ਜੋਬ, ਚੱਲ ਮੇਰੀ ਜ਼ਿੰਦਗੀ 'ਚ ਸੋਹਣਾ ਹਮਸਫਰ ਮਿਲ ਜੇ, ਮੇਰਾ ਕਾਰੋਬਾਰ, ਘਰ, ਉਹਦੇ ਕਰਕੇ ਕਰੀਦੀ ਹੈ।
ਪਰ ਇਹ ਪੜ੍ਹਾਈ ਜਿਹੜੀ ਤੁਸੀਂ 5 ਤੋਂ 6 ਕਰ ਜਾਂਦੇ ਆ ਕੇ, ਇਹ ਉਹ ਪੜ੍ਹਾਈ ਹੈ ਜਿਹਨੇ ਰੱਬ ਦੇ ਘਰ PR ਦਵਾ ਦੇਣੀ। ਛੇਤੀ ਕੀਤਿਆਂ ਨਹੀਂ ਮਿਲਦੀ। ਮਾਰੇ ਕਹਿੰਦੇ ਬਿਨ ਸਤਿਗੁਰ ਮੁਕਤ ਨਾ ਪਾਵੇ ਕੋਈ, ਪਾਵੇ ਮੁਕਤ ਨਾ ਹੋਰ ਥੈ ਕੋਈ। ਪੁੱਛੋ ਅਨੇਕ ਜੂਨੀ, ਬਹੁਤ ਜੂਨਾਂ 'ਚ ਪੈਣਾ ਆਪਾਂ, ਕਦੀ ਸੂਰ, ਕਦੇ ਕੁੱਤਾ, ਕਦੇ ਬਿੱਲਾ, ਕਦੇ ਕਾਂ, ਬਾਣੀ ਦੇ ਅਕੋਰਡਿੰਗ। ਤੇ ਬਾਣੀ ਝੂਠ ਥੋੜਾ ਕਹਿੰਦੀ ਹੈ। ਮਹਾਰਾਜ ਕਹਿੰਦੇ ਪੁੱਛੋ ਵਿਵੇਕੀਆਂ। ਵਿਵੇਕੀ ਕੌਣ ਹੈ? ਜਿਨ੍ਹਾਂ ਨੇ PhD ਕਰ ਲਈ ਹੈ ਗੁਰਮਤਿ ਦੇ ਉੱਤੇ। ਉਹਨਾਂ ਨੂੰ ਪੁੱਛ ਜਾ ਕੇ ਵੀ ਭਾਈ ਸਾਹਿਬ ਜੀ ਇਹ ਕਿੰਨਾ ਪਿਆਰ, ਕਿੰਨੀ ਮੁਹੱਬਤ ਹੈ, ਇਹ ਕਿੱਦਾਂ ਪਹੁੰਚਿਆ ਜਾ ਸਕਦਾ, ਇਹ ਰਸਤਾ ਕਿੰਨਾ ਕੁ ਲੰਮਾ ਹੈ। ਅਭਿਆਸੀ ਪੁੱਛਦੇ ਹੈ। ਤੋ ਇਸ ਕਰਕੇ ਆਪਾਂ ਆਨੰਦ ਵਾਲੇ ਪਾਸੇ ਨੂੰ ਵਧਣ ਦਾ ਯਤਨ ਕਰੀਏ। ਮੇਰੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਤੂੰ ਗੁਰਦੁਆਰੇ ਆਉਣਾ, ਪਾਠ ਕਰਦਾ, ਸੇਵਾ, ਤੇਰੇ 'ਚ ਗੁਣ ਹੋਣੇ ਚਾਹੀਦੇ ਆ। ਗੁਣਾਂ ਦਾ ਧਾਰਨੀ ਬਣ। ਐਸਾ ਨਾ ਹੋਵੇ ਵੀ 5 ਬਾਣੀਆਂ ਨਿਤਨੇ ਵੀ ਕਰ ਲੈ ਤੇ ਹੌਲੀ ਜੀ ਪੈਗ ਵੀ ਲਾ ਲੈ। ਕਈ ਇਦਾਂ ਦੇ ਹੈਗੇ ਨਾ, ਕਹਿੰਦਾ ਬਾਬਾ ਆਪਾਂ ਮਾੜੀ ਚੰਗੀ ਨਹੀਂ ਕਿਸੇ ਨੂੰ ਕਹੀ ਦੀ, ਬਾਣੀ ਵੀ ਪੜ੍ਹੀ ਦੀ, ਸੇਵਾ, ਪਰ ਰਾਤ ਨੂੰ ਥੋੜਾ ਜਿਹਾ ਲਾ ਲਈਦਾ। ਮੈਂ ਕਿਹਾ ਉਹ ਕਿਉਂ? ਕਹਿੰਦੇ ਵੀ ਜਿੱਦਾਂ ਗਿਆਨੀ ਮਾਨ ਸਿੰਘ ਝੌਰ ਦੇ ਬਚਨ ਸੀ, ਉਹ ਕਿਤੇ ਚਲੇ ਗਏ, ਉਹ ਘਰ ਵਾਲੇ ਲੈ ਗਏ ਤੇ ਕਹਿੰਦੇ ਵੀ ਬਾਪੂ ਨੂੰ ਆਪਾਂ ਹਟਾਉਣਾ, ਗਿਆਨੀ ਜੀ ਆਓ ਅਰਦਾਸ ਕਰੀਏ। ਤੇ ਉਹ ਕਹਿੰਦਾ ਬਾਪੂ ਛੱਡ ਖੜਾ ਕਿਉਂ ਪੀਣਾ। ਬਾਪੂ ਅਰਦਾਸੀ ਗਿਆਨੀ ਮਾਨ ਸਿੰਘ ਝੌਰ ਨੂੰ ਕਹਿੰਦਾ ਮੈਨੂੰ ਇੱਕ ਗੱਲ ਦੱਸੋ ਗਿਆਨੀ, ਜੇ ਪੀਣ ਨੂੰ ਨਹੀਂ ਤੇ ਨਹਾਉਣ ਨੂੰ ਬਣਾਈ ਆ? ਇਹ ਕਾਹਦੇ ਵਾਸਤੇ ਮੋਟੇ ਅੱਖਰਾਂ 'ਚ ਲਿਖ ਕੇ ਲਾਇਆ ਹੁੰਦਾ ਹੈ? ਆਪੋ ਆਪਣੀ ਸੋਚ ਹੈ। ਉਹ ਕਹਿੰਦਾ ਇਹ 'ਚ ਮਾੜਾ ਕੀ ਪੈਂਦਾ, ਗੁੜ ਵੀ ਖਾਣੇ, ਸੌਂਫ ਵੀ ਖਾਣੇ। ਸੋ ਵਿਸ਼ਾ ਇਦਾਂ ਦਾ ਏ, ਆਪਾਂ ਉਸ ਚੀਜ਼ 'ਚੋਂ ਨਿਕਲਣਾ ਹੈ, ਕਿਉਂਕਿ ਗੁਣ ਜ਼ਰੂਰੀ ਹੈ। ਗੁਣਾਂ ਤੋਂ ਬਿਨਾਂ ਕੁਛ ਨਹੀਂ ਜੇ ਮਿਲਣਾ। ਮਰਜ਼ਾਦਾ ਜ਼ਰੂਰੀ, ਯੂਨੀਫਾਰਮ ਜ਼ਰੂਰੀ ਹੈ। ਪੜ੍ਹਾਈ ਤਾਂ ਬਾਅਦ ਦੀ ਗੱਲ ਹੈ ਨਾ। ਹੁਣ ਤੁਹਾਨੂੰ ਮੈਂ ਸਾਹਮਣੇ ਕਿੱਦਾਂ ਲੱਗਦਾ ਗ੍ਰੰਥੀ, ਕਿਉਂਕਿ ਮੈਂ ਪੱਗ ਬੱਧੀ ਹੈ ਗੁਰਮਤਿ ਵਾਲੀ, ਗਾਤਰਾ ਪਾਇਆ, ਚੋਲਾ ਪਾਇਆ। ਤੁਹਾਡੇ ਵਿੱਚ ਕਈ ਵੀਰ ਪੁਲਿਸ ਵਾਲੇ ਬੈਠੇ ਹੈ, ਕਈ ਡਾਕਟਰ ਬੈਠੇ ਹੋਣਗੇ, ਕਈ ਆਰਮੀ ਵਾਲੇ, ਪਰ ਇਸ ਵੇਲੇ ਕੋਈ ਪਛਾਣ ਨਹੀਂ ਸਕਦਾ ਵੀ ਇਹ ਬੰਦਾ ਪੁਲਿਸ 'ਚ ਹੈ ਜਾਂ ਆਰਮੀ 'ਚ ਹੈ ਜਾਂ ਇਹ ਡਾਕਟਰ ਹੈ। ਉਹਦਾ ਪਤਾ ਕਿੱਥੋਂ ਲੱਗਣਾ? ਜਦੋਂ ਉਹਨੇ ਵਰਦੀ ਪਾਈ। ਜਦੋਂ ਵਰਦੀ ਪਾਈ ਤੇ ਉਹਦੀ ਪਛਾਣ ਹੋਣੀ ਹੈ। ਤੇ ਮਹਾਰਾਜ ਕਹਿੰਦੇ ਤੂੰ ਵੀ ਗੁਣਾਂ ਦੀ ਵਰਦੀ ਪਾਈ, ਕਿਉਂਕਿ ਰੱਬ ਦੀ ਦਰਗਾਹ 'ਚ ਗੁਣ ਹੀ ਪਛਾਣੇ ਜਾਣੇ ਆ। ਸਾਂਝ ਕੀਜੈ ਗੁਣੇ ਕੇਰੀ ਛੋੜ ਅਵਗਣ ਚੱਲੀ ਹੈ। ਇਹ ਚੀਜ਼ ਕਹਿ ਕੇ ਇੱਧਰ ਆਵਾਂ। ਕਹਿੰਦੇ ਇੱਕ ਲੜਕੀ ਦੀ ਕੇਸ ਚਲੇ ਗਿਆ ਜੱਜ ਕੋਲ, ਤੇ ਉੱਥੇ ਜਦੋਂ ਬਹਿਸ ਬਸਈਆ ਵਕੀਲਾਂ ਨੇ ਕੀਤਾ, ਤਲਾਕ ਹੋਣ ਲੱਗਾ, ਤੇ ਲੜਕੀ ਦੀ ਮਾਂ ਨੂੰ ਕਟਹਿਰੇ 'ਚ ਬੁਲਾਇਆ। ਤੇ ਜੱਜ ਸਾਹਿਬ ਕਹਿੰਦਾ ਵੀ ਦੱਸੋ ਭੈਣ ਜੀ ਵੀ ਕੀ ਕਾਰਨ ਹੈ? ਉਹ ਜਿੱਦਾਂ ਪੰਜਾਬੀ ਬੀਬੀਆਂ ਉਹ ਪੈਂਦੇ ਕਹਿਣ ਲੱਗੀ, ਕਹਿੰਦੀ ਜੀ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ, ਇਹ ਫਿੱਟ ਗਏ ਆ। ਮੈਂ 5 ਟਰੱਕ ਭਰ ਕੇ ਆਪਣੀ ਧੀ ਨੂੰ ਦਾਜ ਦਿੱਤਾ, 5 ਟਰੱਕ, 25 ਲੱਖ ਦੀ ਗੱਡੀ ਦਿੱਤੀ, 50 ਤੋਲੇ ਸੋਨਾ ਪਾਇਆ। ਜੱਜ ਵੀ ਹੈਰਾਨ ਹੋ ਗਿਆ, ਬੱਚੀ ਵੀ ਇੰਨੀ ਸੁਨੱਖੀ। ਗੱਲ ਮੈਂ ਨੇੜੇ ਲੈ ਕੇ ਆਵਾਂ ਗੁਰਮਤਿ ਦੀ ਵਿਚਾਰ ਵੱਲ, ਪਰ ਜੱਜ ਕਹਿੰਦਾ ਇਹ ਵੀ ਇੰਨਾ ਕੁਝ ਦਿੱਤਾ ਏ, ਇੰਨੀ ਬੱਚੀ ਸੋਹਣੀ, ਬੱਚਾ ਵੀ ਸੋਹਣਾ ਏ, ਤੇ ਅੱਜ ਕਟਹਿਰੇ 'ਚ ਕਿੱਧਰ ਆ ਗਏ ਜੀ? ਤੇ ਜਦੋਂ ਫਿਰ ਵਕਾਲਤ ਕਰਨ ਵਾਲੇ ਵਕੀਲਾਂ ਨੇ ਕੇਸ ਲੜਿਆ, ਉਥਲ ਪੁਥਲ ਹੋਈਆਂ ਫਾਈਲਾਂ। ਆਖਰ ਨੂੰ 1 2 4 5 ਤਰੀਕਾਂ ਤੋਂ ਬਾਅਦ ਜਦੋਂ ਫੈਸਲਾ ਹੋਇਆ, ਤੇ ਜੱਜ ਨੇ ਫੈਸਲਾ ਮੁੱਦੇ ਰੱਖ ਕੇ ਇਹ ਚੀਜ਼ ਦਾ ਤੱਤ ਕੱਢਿਆ। ਕਹਿੰਦੇ ਬੱਚੀ 'ਚ ਨੁਕਸ ਨਹੀਂ, ਬੱਚੇ 'ਚ ਨੁਕਸ ਨਹੀਂ, ਦਾਜ 'ਚ ਨੁਕਸ ਨਹੀਂ। ਨੁਕਸ ਕਿੱਥੇ ਆ ਗਿਆ? ਕਹਿਣ ਲੱਗੇ ਭੈਣ ਜੀ ਤੂੰ ਉੱਚੀ ਬਾਂਹ ਕਰਕੇ ਜਿਹੜਾ ਬੋਲਦੀ ਨਾ, ਮੈਂ ਆ ਦਿੱਤਾ ਆ ਦਿੱਤਾ, ਕਿਤੇ ਥੋੜੀ ਜੀ ਅਕਲ ਵੀ ਦੇ ਦਿੰਦੀ, ਥੋੜੀ ਜੀ ਅਕਲ ਦਿੰਦੀ। ਕਿਉਂਕਿ ਜਦੋਂ 4 ਘਰ 'ਚ ਪ੍ਰਾਹੁਣੇ ਆਏ ਹੋਣ ਤੇ ਘਰ ਦੀ ਬਹੂ ਬੇਟੀ ਪਾਣੀ ਲੈ ਕੇ ਆਵੇ, ਚਾਹ ਲੈ ਕੇ ਆਵੇ, ਪ੍ਰਸ਼ਾਦਾ ਲਾ ਕੇ, ਇੰਨਾ ਕੀ ਟਾਈਮ ਹੁੰਦਾ ਦਿਲ ਜਿੱਤਣ ਦਾ। ਕਹਿੰਦੇ ਅੰਦਰੋਂ ਨਹੀਂ ਨਿਕਲਦੀ, ਬੁਲਾਉਂਦੀ ਕਿਸੇ ਨੂੰ ਨਹੀਂ ਹੈ। ਬਸ ਤੇਰੇ ਟਰੱਕ ਲੱਦੇ ਰਹਿ ਗਏ, ਕਿਉਂਕਿ ਇਹਦੇ ਵਿੱਚ ਗੁਣ ਨਹੀਂ ਹੈਗੇ, ਤੇ ਗੁਣਾਂ ਤੋਂ ਬਿਨਾਂ ਜ਼ਿੰਦਗੀ ਬਤੀਤ ਨਹੀਂ ਹੁੰਦੀ। ਰਿਜ਼ਲਟ ਇਹ ਕੱਢਿਆ ਵੀ 50 ਤੋਲੇ ਸੋਨਾ, ਇੰਨਾ ਦਾਜ, ਇੰਨੀ ਵੱਡੀ ਗੱਡੀ, ਤਲਾਕ ਫੇਰ ਹੋਇਆ। ਕਿਉਂਕਿ ਜਿਹੜੇ ਗੁਣ ਨੇ ਉਹਨੇ ਇਨਸਾਨੀਅਤ ਨਾਲ ਵਰਤਣਾ। ਹੁਣ ਅਗਲੇ ਨੇ ਇਹ ਥੋੜਾ ਕਹਿਣਾ ਵੀ ਮੈਨੂੰ ਟਰੱਕ ਦਾਜ ਦੇ, ਉਹ ਤੇ ਤੁਹਾਡੇ ਘਰ 15 ਮਿੰਟ ਆਇਆ, 15 ਮਿੰਟ ਦੀ ਗਾਈਡਨੈਸ ਨੇ ਤੁਹਾਡੀ ਜ਼ਿੰਦਗੀ ਸਵਾਰਨੀ। ਮੈਂ ਸੌਖੇ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ, ਮਾਫ ਕਰ ਦੇਣਾ।
ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਚ ਕਹਿੰਦੇ ਜੇ ਤੇਰੇ ਵਿੱਚ ਗੁਣ ਨਹੀਂ ਨਾ ਤੇ ਤੇਰਾ ਵੀ ਰੱਬ ਦੇ ਘਰੋਂ ਤਲਾਕ ਹੀ ਆ। ਜਿੰਨਾ ਮਰਜੀ ਪਾਠ ਕਰ ਲਈ, ਜਿੰਨਾ ਮਰਜੀ ਤੀਰਥ ਯਾਤਰਾ ਤੇ ਚੱਲ ਜੀ, ਕਿਉਂਕਿ ਜਿੰਨਾ ਚਿਰ ਅੰਦਰ ਚ ਗੁਣ ਨਹੀਂ ਧਾਰਨ ਹੁੰਦੇ, ਔਗਣ ਹੀ ਫੇਰ ਇਕੱਠੇ ਕਰਦੇ ਹਾਂ। ਤੋ ਇਸ ਕਰਕੇ ਅੱਜ ਸੰਗਰਾਂਦ ਹੈ, ਤਬਦੀਲੀ ਦਾ ਦਿਨ, ਕ੍ਰਾਂਤੀ ਦਾ। ਅਰਦਾਸ ਕਰਿਓ ਸਤਿਗੁਰੂ ਮਹਾਰਾਜ ਅਸੀਂ ਵੀ ਕਿਤੇ ਬਦਲ ਜੀਏ। क्यामत का दिन आ गया रफ्ता रफ्ता, मुलाकात का दिन बदलते बदलते। आए सी गोविंद नूं मिलन वास्ते भई प्राप्त, गोविंद मिलन की आए सी रब जी नूं मिलनी, पर इदां दे धंधियां च फस गए, मेल हो नहीं सकिया। अपने ने मेल पूरे होए, मासियां भूआ चाचियां ताईयां फूफी नानी मासियां देर जठानड़िया, गुरबाणी च लिखे रिश्ते सारे। ਕਹਿੰਦੇ ਇਹਨਾਂ ਨੂੰ ਮਨਾਉਂਦਾ ਰਿਹਾ, ਇਹਨਾਂ ਦੀਆਂ ਮਿਲਣੀਆਂ ਕਰੀ ਗਿਆ। ਜਿਹੜੀ ਮਿਲਣੀ ਕਰਨ ਆਇਆ ਸੀ ਉਹਦੇ ਬਾਰੇ ਸੋਚਿਆ ਨਹੀਂ। ਜਦੋਂ ਆਪਾਂ ਦਾਜ ਬਣਾਉਣੇ ਪਹਿਲਾਂ ਆਖੀਦਾ ਵੀ ਸਾਰਿਆਂ ਦੇ ਇੱਕੋ ਜਿਹੇ ਬਣਾਇਓ, ਭੂਆ ਨਾ ਗੁੱਸੇ ਹੋ ਜੇ। ਸਾਰਿਆਂ ਨੂੰ ਮਨਾਉਂਦਾ ਰਿਹਾ ਪਰ ਉਹ ਫੇਰ ਗੁੱਸੇ ਹੋ ਗਏ। ਜਿਹਨੂੰ ਮਨਾਉਣਾ ਸੀ, ਜਿਹਦੇ ਵਾਸਤੇ ਜਨਮ ਲਿਆ ਸੀ, ਉਹਦੇ ਤੇ ਮੱਥਾ ਟੇਕਣ ਕਿਤੇ ਹੀ ਆਉਂਦਾ। ਤੇ ਉਹ ਵੀ ਪਤਾ ਜਦੋਂ ਘਰੋਂ ਤੁਰੀਦਾ ਕੀ ਕਹੀਦਾ, ਚਲੋ ਅੱਜ ਸੰਗਰਾਂਦ ਹੈ, ਝੱਟ ਬੌਲੀ ਸਾਹਿਬ ਵੀ ਹੋਈ, ਝੱਟ ਜਿੱਦਾਂ ਲਾਮਾ ਜਿਹਾ ਲਾਉਣਾ ਹੁੰਦਾ ਨਾ, ਚਲੋ ਝੱਟ ਬੌਲੀ ਸਾਹਿਬ ਵੀ ਦਰਸ਼ਨ ਮੇਲੇ ਕਰੀਏ। ਭੈਣ ਭਰਾਏ, ਮਹਾਰਾਜ ਕਹਿੰਦੇ ਜਿੱਥੋਂ ਸਭ ਕੁਝ ਮਿਲਣਾ ਉੱਥੇ ਝੱਟ, ਤੇ ਜਿਨ੍ਹਾਂ ਨੇ ਤੈਨੂੰ ਡੋਬਣਾ ਉੱਥੇ ਹਟ। ਸਾਰੀ ਰਾਤ ਹੀ ਬੈਠਾ ਰਹਿੰਦਾ, ਗੱਲਾਂ ਕਰਨੋਂ ਨਹੀਂ ਹਟਦਾ। ਕਿਤੇ ਸਾਈਂ ਦੇ ਕੋਲ ਬੈਠਿਆ ਕਰ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ, ਬਾਰੇ ਮਹਾ ਮਾਝ ਮਹਲਾ ਪੰਜਵਾ, ਘਰ ਚੌਥਾ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ। ਸਾਰੇ ਹੱਥ ਜੋੜ ਕੇ ਆਖੋ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਗੁਰੂ। ਅਰਜਨ ਦੇਵ ਜੀ ਮਹਾਰਾਜ। ਪਤਾ ਕਿਉਂ ਕਿਹਾ? ਪਾਠ ਸਾਹਿਬ ਕਹਿੰਦੇ ਇੱਕ ਪਲੇਨ ਦੇ ਵਿੱਚ 300 200 250 ਬੰਦਾ ਬਹਿੰਦਾ, ਇੰਨੀ ਕੁ। ਪਰ ਕਹਿੰਦੇ ਮੇਰੇ ਗੁਰੂ ਅਰਜਨ ਸਾਹਿਬ ਜੀ ਦੇ ਬਾਬਤ ਬਾਣੀ ਦੇ ਸਵਈਆਂ 'ਚ ਭੱਟ ਸਾਹਿਬ ਕਹਿੰਦੇ ਇੱਦਾਂ ਦਾ ਜਹਾਜ਼ ਮੇਰੇ ਗੁਰੂ ਅਰਜਨ ਸਾਹਿਬ ਨੇ ਤਿਆਰ ਕੀਤਾ ਜਿਹ 'ਚ ਸਾਰੀ ਸ੍ਰਿਸ਼ਟੀ ਬਹਿ ਜਾਂਦੀ, ਜਿਹਦੇ ਵਚਨ ਹੈ ਕਲ ਯੁਗ ਜਹਾਜ਼ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗ ਬੇਤਰੋ। ਕਹਿੰਦੇ ਜੇ ਗੁਰੂ ਖੁਸ਼ ਹੋ ਜੇ, ਗੁਰੂ ਅਰਜਨ ਸਾਹਿਬ ਆਪਣੀ ਦਇਆ ਦੇ ਵਿੱਚ ਆ ਜਾਣ, ਤੇ ਉਹਨਾਂ ਦੇ ਜਹਾਜ਼ ਦੇ ਵਿੱਚ ਇੰਨੀ ਕੁ ਜਗ੍ਹਾ ਵੀ ਸਾਰੀ ਸ੍ਰਿਸ਼ਟੀ ਨੂੰ ਤਾਰ ਸਕਦੇ। ਇੱਕ ਦੋ ਤੇ ਗੱਲ ਹੀ ਕੋਈ ਨਹੀਂ। ਤੇ ਜਿਹੜਾ ਸ੍ਰਿਸ਼ਟੀ ਨੂੰ ਤਾਰਨ ਵਾਲਾ ਏ, ਆਪਾਂ ਤਾਂ ਹੈ ਹੀ ਥੋੜੇ ਕਾ, ਆ ਥੋੜੇ ਜਿਹੀ ਐ। ਕੀ ਨਹੀਂ ਕਰ ਸਕਦਾ ਸਾਈਂ, ਬਸ ਖੁਸ਼ ਕਰ ਦਿਓ। ਕਿਉਂਕਿ ਜਦੋਂ ਬੰਦਾ ਖੁਸ਼ ਹੋ ਜੇ ਤੇ ਫਿਰ ਉਤੋਂ ਜੋ ਮਰਜ਼ੀ ਲੈ ਲਓ, ਤੇ ਜਦੋਂ ਨਾਰਾਜ਼ ਹੋ ਜੇ ਤੇ ਫਿਰ ਤੁਹਾਡਾ ਬਣਦਾ ਵੀ ਨਹੀਂ ਦਊਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਤਾਂ ਹੁੰਦੇ। ਮਹਾਰਾਜ ਕਹਿੰਦੇ ਜਦੋਂ ਕੋਈ ਜਪਦਾ ਨਾ, ਵਾਹੋ ਵਾਹੋ ਕਰੇ ਸਹੀ ਜਨ ਸੋਹਣੇ। ਮਹਾਰਾਜ ਕਹਿੰਦੇ ਫਿਰ ਮੈਨੂੰ ਖੁਸ਼ੀ ਹੁੰਦੀ ਜਦੋਂ ਕਿਸੇ ਦਾ ਧੀ ਪੁੱਤ ਕਮਾਈ ਕਰੇ ਤੇ ਮਾਂ ਪਿਓ ਦੇ ਚਿਹਰੇ ਤੇ ਰੌਣਕ ਆ ਜਾਂਦੀ। ਕਈ ਬਜ਼ੁਰਗ ਮੈਂ ਵੇਖੇ, ਪਹਿਲਾਂ ਗਰੀਬੀ, ਬੱਚਿਆਂ ਨੇ ਕੰਮ ਚੁੱਕਿਆ ਤੇ ਚਿਹਰਿਆਂ ਤੇ ਰੌਣਕਾਂ ਆ ਗਈਆਂ, ਛਾਈਆਂ ਜੰਮੀਆਂ ਲੈ ਗਈਆਂ, ਗੁੱਟਾਂ ਤੇ ਮੈਲਾਂ ਜੰਮੀਆਂ ਲੱਥ ਗਈਆਂ। ਬੱਚਿਆਂ ਨੇ ਕਮਾਈ। ਬਾਬੇ ਨਾਨਕ ਦਾ ਸੁਪਨਾ ਸੀ, ਕਹਿੰਦੇ ਜਦੋਂ ਕੋਈ ਸਿੱਖ ਨਿਤਨੇਮ ਕਰਦਾ, ਕਥਾ ਕਰਦਾ, ਕੀਰਤਨ ਤੇ ਜਿਹੜਾ ਆ ਕੇ ਸੁਣਦਾ, ਗੁਰੂ ਨਾਨਕ ਸਾਹਿਬ ਕਹਿੰਦੇ ਮੇਰੀਆਂ ਭੁੱਖਾਂ ਲੈ ਜਾਂਦੀਆਂ। ਕਿਉਂਕਿ ਅਸੀਂ ਬੱਚੇ ਹਾਂ ਉਹਦੇ। ਤੇ ਜਦੋਂ ਕਿਸੇ ਦਾ ਦੁਨਿਆਵੀ ਬੱਚਾ ਕਮਾਈ ਕਰੇ ਤੇ ਮਾਂ ਪਿਓ ਦੇ ਅੱਖਾਂ ਭਰਦੀਆਂ, ਸਤਿਗੁਰੂ ਮੇਰੇ ਬੱਚੇ ਤੇ ਸਿਰ ਹੱਥ ਰੱਖੀ। ਤੇ ਜਦੋਂ ਕੋਈ ਵਾਹਿਗੁਰੂ ਜਪਦਾ, ਸੇਵਾ ਕਰਦਾ, ਸਿਮਰਨ ਵਿੱਚ ਭਾਈ ਸਾਹਿਬ ਬੈਠੇ ਸੰਗਤ ਦੇ, ਇਹਨਾਂ ਜ਼ਿਕਰ ਨਹੀਂ ਕਹਿਣ ਨੂੰ ਕਿਹਾ। ਕਿੰਨਾ ਪਿਆਰ ਹਮਾਰੇ ਸੱਚੇ ਪਾਤਸ਼ਾਹ ਨਾਲ ਕਿ ਗੁਰੂ ਅਰਜਨ ਸਾਹਿਬ ਦਾ ਸਾਰਾ ਘਰ ਲੜੀਆਂ ਦੇ ਨਾਲ ਹੀ ਭਰਤਾ। ਅਸੀਂ ਬੇਨਤੀ ਕੀਤੀ
ਕਹਿੰਦੇ ਸੇਵਾ ਕਰਨੀ ਹੈ। ਅਸੀਂ ਕਿਹਾ ਵੀ ਹਰ ਸਾਲ ਮੁੱਲ ਹੀ ਲਾਈ ਦੀਆਂ, ਉਹ ਵੀ 3 ਕੁ ਦਿਨ ਅਗਲੇ ਲਾਉਂਦੇ ਤੇ ਅੱਧੀਆਂ ਕਸੜੀਆਂ ਹੁੰਦੀਆਂ। ਤਾਂ ਵੇਖੋ ਜਦੋਂ ਗੁਰੂ ਖੁਸ਼ ਹੁੰਦਾ ਥੋੜ੍ਹਾ ਜਿਹਾ ਗਾਈਡਨੈਸ ਵੀ ਹੁੰਦੀ। ਮੈਂ ਹੰਕਾਰ ਨਹੀਂ ਕਰਦਾ, ਇੰਨੇ ਸਾਲ ਹੋ ਹੀ ਗਏ, ਫਿਰ ਦੁੱਖ ਮੈਨੂੰ ਤਾਂ ਆ ਜਾਂਦਾ ਥੋੜ੍ਹਾ ਜਿਹਾ, ਮੈਂ ਰਹਿ ਨਹੀਂ ਸਕਦਾ ਵੀ ਜੇ ਆਪਾਂ ਕਿਸੇ ਨੂੰ ਬੁਲਾਵਾਂਗੇ ਚਾਹ ਪਾਣੀ ਪੁੱਛਾਂਗੇ ਤੇ ਗੱਲ ਵਧੂ। ਤੇ ਤੁਸੀਂ ਤੇ ਬਲੇਮ ਹੀ ਇਦਾਂ ਦਾ ਲਾ ਦਿੰਦੇ ਵੀ ਜੇ ਕੋਈ ਨਵਾਂ ਆਇਆ ਤੇ ਉਹਨੂੰ ਬੁਲਾਉਣ ਤੋਂ ਵੀ ਡਰ ਜਿਹਾ ਲੱਗਦਾ। ਅਗਲਾ ਸਗੋਂ ਮਿਲਣਾ ਚਾਹੁੰਦਾ, ਭਾਈ ਸਾਹਿਬ ਜੀ ਰੁਕਿਓ, ਭਾਈ ਸਾਹਿਬ ਮੈਂ ਕਹਿੰਦਾ ਨਾ ਵੀ ਮੈਂ ਨਹੀਂ, ਮੈਨੂੰ ਜਾ ਲੈਣ ਦਿਓ। ਫਿਰ ਥੋੜਾ ਜਿਹਾ ਨਾ ਤੁਹਾਡਾ ਪਹਿਰਾ ਚਾਹੀਦਾ। ਤੁਹਾਨੂੰ ਤਾਂ ਇਦਾਂ ਚਾਹੀਦਾ ਵੀ ਕੋਈ ਬਾਹਰਲਾ ਵੀ ਕਰੇ ਤੇ ਉਹਨੂੰ ਢਾਲੋ, ਤੁਸੀਂ ਆਪ ਹੀ ਲੱਗ ਪਏ। ਆ ਬੈਠਾ ਜਿਹੜਾ ਇਹਨੂੰ ਮਸਾਂ ਲਿਆਂਦਾ ਅੱਜ, ਇਹਦਾ ਵੀ ਪਤਾ ਨਹੀਂ ਕੀ ਨਾਂ ਲਾਇਆ, ਕਹਿੰਦਾ ਮੈਂ ਨਹੀਂ ਪੜਾਉਣੀ ਕਥਾ। ਮੈਂ ਕਿਹਾ ਡੰਡਾ ਦੀਦਾ ਆਖੋ ਸਤਨਾਮ, ਇਹ ਤੋਂ ਬਿਨਾਂ ਕਾਹਦੇ ਜੋਗੇ। ਇਸ ਕਰਕੇ ਨਾ ਹਰ ਕੋਈ ਪਿਆਰ ਚਾਹੁੰਦਾ। ਰੱਬ ਦਾ ਵਾਸਤਾ ਸਾਵਾਂ ਦਾ ਪਤਾ ਨਹੀਂ, ਕੈਂਚੀ ਸੁੱਟ ਦਿਓ, ਸੂਈ ਧਾਗਾ ਚੱਕ ਲਓ, ਕਿਉਂਕਿ ਕੈਂਚੀ ਫੇਰਨ ਵਾਲੇ ਨੂੰ ਦਰਗਾਹ 'ਚ ਵੀ ਕੈਂਚੀਆਂ ਹੀ ਫਿਰਦੀਆਂ, ਤੇ ਜਿਹੜਾ ਜੋੜਨ ਵਾਲਾ ਹੈ ਨਾ ਉਹਨੂੰ ਫਿਰ ਗੁਰੂ ਸਾਹਿਬ ਜਿੰਨਾ ਸਿੰਘਾਂ ਸਿੰਘਣੀਆਂ ਦੇਖ ਕੇ। ਅੱਜ ਸੰਗਰਾਂਦ ਦੇ ਮੈਂ 1 ਮਿੰਟ ਪੂਰੀ ਕਥਾ ਨਹੀਂ ਸੁਣਾਉਣੀ। ਭਾਈ ਬਹੋੜੂ ਹੋਇਆ ਗੁਰੂ ਅਰਜਨ ਸਾਹਿਬ ਦਾ ਸਿੱਖ, ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਗਰੀਬ ਮੇਰੇ ਘਰੇ ਵੀ ਆਇਓ। ਇੱਕ ਦਿਨ ਮਹਾਰਾਜ ਚੱਲਦੇ ਚੱਲਦੇ ਆ ਗਏ ਤੇ ਹਜ਼ੂਰ ਬੈਠੇ, ਕਹਿੰਦੇ ਪਾਤਸ਼ਾਹ ਵੀ ਘਰੇ ਆਟਾ ਵੀ ਨਹੀਂ ਆ, ਤੇ ਜਿੰਨੀ ਕੁ ਸੰਗਤ ਨਾਲ ਆ ਚਾਹ ਪਾਣੀ ਵੀ ਕੋਈ ਨਹੀਂ, ਤੇ ਮੈਂ ਤੇ ਪਿਆਰ ਫੋਕਾ ਹੀ ਦੇ ਸਕਦਾ। ਮਹਾਰਾਜ ਕਹਿੰਦੇ ਤੇਰਾ ਫੋਕਾ ਹੀ ਪ੍ਰਵਾਨ। ਜਦੋਂ ਮਹਾਰਾਜ ਜਾਣ ਲੱਗੇ ਕਹਿੰਦੇ ਪਾਤਸ਼ਾਹ ਕੋਈ ਸੇਵਾ ਮੈਨੂੰ ਵੀ ਦੇ ਦਿਓ। ਮਹਾਰਾਜ ਕਹਿੰਦੇ ਫਿਰ ਏਦਾਂ ਕਰੀ, ਹੁਣ ਤੇ ਸੰਗਤ ਜ਼ਿਆਦੀ ਸੀ, ਕੋਈ ਜਦੋਂ ਵੀ ਤੇਰੇ ਘਰ ਆਵੇ ਨਾ ਉਹਨੂੰ ਮੇਰਾ ਸਮਝ ਕੇ ਪਿਆਰ ਕਰੇ। ਰੱਬ ਨੇ ਇਦਾਂ ਦੀ ਪਰਖ ਪਾਤੀ। ਇਹਨੂੰ ਨੈਗੇਟਿਵ ਨਾਲ ਜਾਇਓ। ਗਿਆਨੀ ਗਿਆਨ ਸਿੰਘ ਨੇ ਤਵਾਰੀਖ 'ਚ ਕਥਾ ਲਿਖੀ ਹੈ। ਮੇਰਾ ਪਹਿਲਾ ਮੋਬਾਈਲ ਗੁੰਮ ਸੀ, ਉਹਦੇ 'ਚ ਗ੍ਰੰਥ ਹੈਗਾ ਸੀ, ਕਈ ਪੁੱਛ ਵੀ ਲੈਂਦੇ ਫਿਰ ਦਿਖਾਉਣਾ ਪੈਂਦਾ। ਉੱਥੇ ਲਿਖਿਆ ਸੀ ਵੀ ਉਹਦੇ ਘਰ ਕੋਈ ਇਦਾਂ ਦਾ ਇਨਸਾਨ ਆ ਗਿਆ, ਗਲਤ ਮਾਈਂਡ ਸੀ ਉਹਦਾ, ਤੇ ਭਾਈ ਸਾਹਿਬ ਦੀ ਬੱਚੀ ਜਵਾਨ ਸੀ। ਧਿਆਨ ਦਿਓ ਗੁਰੂ ਕੇ ਸਿੱਖਾਂ ਦਾ ਜੀਵਨ। ਬੱਚੀ ਜਵਾਨ ਸੀ, ਜਿੱਦਾਂ ਬੱਚਾ ਮਾਰਿਆ ਗਿਆ। ਇਹ ਉਮਰ ਹੀ ਇਦਾਂ ਦੀ ਹੁੰਦੀ ਹੈ, ਕੋਈ ਸਿਆਣੇ ਸਮਝ ਸਕਦੇ, ਸਾਰੇ ਇੱਥੋਂ ਹੀ ਲੰਘੇ ਆ। ਦੁੱਧ ਧੋਤਾ ਤੇ ਕੋਈ ਨਹੀਂ, ਠੀਕ ਆ, ਜਦਾੜਾ ਚਿੱਟਾ ਹੋ ਗਿਆ, ਵਧੀਆ ਟੌਰ ਹੈ ਵੀ ਆਪਣਾ ਵਿਚਾਰ ਆ ਵੀ ਦੁਨੀਆ ਦੀਆਂ ਨਜ਼ਰਾਂ 'ਚੋਂ ਪਤਾ ਸਾਰਿਆਂ ਨੂੰ ਆਪੋ ਆਪਣਾ। ਪਰ ਇੰਨਾ ਵੀ ਕਈ ਨਿਮਰਤਾ ਵਾਲੇ ਕਈ ਬਾਤਾਂ ਰੌਲਾ ਪਾਉਂਦੇ ਐ। ਤੋ ਇਸ ਕਰਕੇ ਸਾਧ ਸੰਗਤ ਜੀ ਆਪਣੇ ਅੰਦਰ ਝਾਤੀ ਮਾਰੀਏ ਤੇ ਫਿਰ ਪਤਾ ਲੱਗਦਾ ਵੀ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਆ। ਤੋ ਉਸ ਵੇਲੇ ਉਹ ਜਦੋਂ ਬੱਚੀ ਜਵਾਨ ਸੀ, ਪ੍ਰੇਮ ਦੀ ਖੇਡ ਵਰਤ ਗਈ। ਤੇ ਇੱਕ ਦਿਨ ਕੀ ਹੋਇਆ, ਕਹਿੰਦੇ ਭਾਈ ਸਾਹਿਬ ਜੀ ਲੰਘਣ ਲੱਗੇ, ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਤੇ ਕੀ ਵੇਖਿਆ ਕਿ ਬੈੱਡ ਦੇ ਉੱਤੇ ਦੋਵੇਂ ਬੱਚੇ ਪਏ ਆ ਤੇ ਕੱਪੜਿਆਂ ਤੋਂ ਬਾਹਰ। ਤੇ ਭਾਈ ਸਾਹਿਬ ਨੇ ਆਪਣੀ ਚਾਦਰ ਖੋਲੀ, ਪੁਰਾਣੇ ਬਜ਼ੁਰਗ ਚਾਦਰ ਬੰਨ੍ਹਦੇ ਸੀ। ਗਿਆਨੀ ਗਿਆਨ ਸਿੰਘ ਦੀ ਤਵਾਰੀਖ, ਉਹਨੇ ਫਿਰ ਚਾਦਰ ਉੱਤੇ ਓੜਤੀ। ਤੇ ਜਦੋਂ ਬੱਚੇ ਉੱਠੇ ਤੇ ਪਤਾ ਤਾਂ ਲੱਗ ਹੀ ਜਾਣਾ ਸੀ ਵੀ ਚਾਦਰ ਬਾਪੂ ਦੀ ਹੈ। ਬੜੀ ਸ਼ਰਮਿੰਦਗੀ ਹੋਈ। ਪਰ ਉਧਰੋਂ ਜਦੋਂ ਗੁਰੂ ਅਰਜਨ ਸਾਹਿਬ ਦੇ ਘਰ ਮੰਜੀ ਸਾਹਿਬ ਗਿਆ ਨਾ ਸਿੱਖ, ਤੇ ਮਹਾਰਾਜ ਤਖਤ ਤੇ ਬੈਠੇ, ਸੰਗਤਾਂ ਨੇ ਘੇਰਿਆ ਪਿਆ ਸਤਿਗੁਰਾਂ ਨੂੰ। ਜਦੋਂ ਉਹ ਗੇਟ ਤੋਂ ਭਾਈ ਬਹੋੜੂ ਨੂੰ ਆਉਂਦੇ ਵੇਖਿਆ ਨਾ, ਹੱਥ ਦੇ ਵਿੱਚ 4 ਪ੍ਰਸ਼ਾਦੇ, ਦੁੱਧ ਵਾਲੀ ਡਰਮੀ, ਕੁਝ ਰਸਤਾਂ ਬਸਤਾਂ ਤੇ ਚੋਲਾ ਪਾਟਾ ਨਿਮਰਤਾ, ਮਹਾਰਾਜ ਤਖਤ ਤੋਂ ਉੱਠ ਕੇ ਦੌੜ ਗਏ। ਜੋੜਾ ਨਹੀਂ ਪਾਇਆ। ਸੰਗਤ ਕਹਿੰਦੇ ਸਤਿਗੁਰੂ ਨੂੰ ਕੀ ਹੋਇਆ, ਕਿਤੇ ਪੜ੍ਹਦੇ ਆਪਾਂ ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਣ ਹਰ ਜੀ ਆਏ, ਕਿਤੇ ਕ੍ਰਿਸ਼ਨ ਭੱਜਾ ਸੀ ਸੁਦਾਮੇ ਦੇ ਮਗਰ। ਓਏ ਸਿੱਖਾ ਤੇਰੇ ਗੁਰੂ ਦਾ ਇਤਿਹਾਸ ਪੜ੍ਹ ਕੇ ਵੇਖੀ, ਉਹ ਤੇ ਕੱਲੇ ਸੁਦਾਮੇ ਦੇ ਮਗਰ ਭੱਜਾ ਏ। ਓਏ ਤੇਰਾ ਗੁਰੂ ਤੇ ਹਰ ਸਿੱਖ ਦੇ ਮਗਰ ਭੱਜਾ। ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਨੇ ਜਾ ਕੇ ਜੱਫੀ 'ਚ ਪਾ ਲੈ ਲਿਆ, ਗਲਵਕੜੀ 'ਚ। ਮਹਾਰਾਜ ਕਹਿੰਦੇ ਓਏ ਤੂੰ ਧੰਨ, ਓਏ ਤੂੰ ਸਾਨੂੰ ਜਿੱਤ ਲਿਆ, ਓਏ ਤੂੰ ਧੰਨ। ਸਿੱਖ ਦੇ ਨੇਤਰ ਭਰੇ, ਕਹਿੰਦੇ ਸਿੱਖਾ ਅੱਜ ਉਹ ਬੱਚਾ ਮਾਰਿਆ, ਕਾਰਨ ਪਤਾ ਕੀ ਹੈ? ਉਮਰ ਬੜੀ ਛੋਟੀ ਹੈ, ਗਲਤੀ ਹੋ ਜਾਂਦੀ ਹੈ, ਮਾਰਨਾ ਨਹੀਂ ਸੀ ਚਾਹੀਦਾ। ਸਿਆਣਪ ਇਹ ਹੁੰਦੀ ਹੈ ਵੀ ਉਹਨੂੰ ਪਿਆਰ ਨਾਲ ਸਮਝਾਉਂਦੇ, ਉਹਦੇ ਘਰਦਿਆਂ ਨੂੰ ਸੱਦ ਲੈਂਦੇ, ਬੈਠ ਕੇ ਗੱਲ ਕਰਦੇ, ਕਿਉਂਕਿ ਇਹਦਾ ਅਸਰ ਮਾੜਾ ਪੈ ਰਿਹਾ, ਮਾਰੂ ਪੈ ਰਿਹਾ। ਕਿਉਂਕਿ ਗੁੱਸਾ ਤਾਂ ਹੁਣ ਕਈਆਂ ਨੂੰ ਆਊਗਾ ਵੀ ਜਦੋਂ ਕਥਾਵਾਚਕ ਸੱਦਣਾ। ਅੱਜ ਹੀ ਮੈਨੂੰ ਫੋਨ ਆਇਆ, ਕਹਿੰਦੇ ਜੀ ਇੱਦਾਂ ਪ੍ਰੋਗਰਾਮ ਤੇ ਕੀ ਸੇਵਾ। ਪਹਿਲੀ ਗੱਲ ਤਾਂ ਮੈਂ ਮੰਗਦਾ ਹੀ ਨਹੀਂ ਹੁੰਦਾ। ਉਹ ਕਈ ਗਏ। ਮੈਂ ਕਿਹਾ ਵੀ ਚਲੋ 1100 ਜਾਂ 2100 ਹੈ ਨਾ,
ਕਹਿੰਦੇ ਸਲਾਹ ਕਰਕੇ ਦੱਸ। ਮੁੜ ਕੇ ਨਹੀਂ ਫੋਨ ਆਇਆ। ਤੇ ਮਗਰੋਂ ਜੇ ਮੈਂ ਕੀਤਾ ਹੀ ਕੀਤਾ, ਮੈਂ ਕਿਹਾ ਉਹ ਦੱਸਿਆ ਨਹੀਂ। ਕਹਿੰਦੇ ਜੀ ਤੁਹਾਡੇ ਸ਼੍ਰੋਮਣੀ ਕਮੇਟੀ ਵੱਲੋਂ ਫ੍ਰੀ ਨਹੀਂ ਕਰਦੇ। ਤੇ ਮੈਂ ਕਿਹਾ ਜਦੋਂ ਮੈਂ ਕਿਹਾ ਸੀ ਵੀ ਕੁਛ ਨਹੀਂ, ਤੂੰ ਕਿਹਾ ਨਹੀਂ ਦੱਸੋ ਨਹੀਂ ਦੱਸੋ। ਉਹ ਰੱਬ ਹੀ ਰੱਖ, ਹੈਨਾ। ਗੁਨਾਹ ਕਿੱਥੇ ਹੈ ਵੀ ਸੁਖਮਨੀ ਸਾਹਿਬ ਕਰਾਉਣਾ ਤੇ 1100 ਤੋਂ ਛਿੱਤਰ ਖੜਕ ਜਾਂਦਾ। ਆ ਭੇਟਾ ਹੁਣ ਵਧੀ, ਪਾਠੀ ਸਿੰਘ ਵਿਚਾਰੇ ਗਰੀਬ ਹੈ, ਜਿਹੜੇ 10 ਦਾ ਬਿਸਕੁਟਾਂ ਦਾ ਪੈਕਟ ਸੀ ਉਹ 30 ਦਾ ਹੋ ਗਿਆ, ਜਿਹੜਾ 50 ਦਾ ਤੇਲ ਸੀ 105 ਰੁਪਏ ਹੋ ਗਿਆ। ਤੇ ਜਦੋਂ ਗ੍ਰੰਥੀ ਸਿੰਘਾਂ ਦੀ ਭੇਟਾ ਵਧਾਈ, ਕਹਿੰਦੇ ਬਾਬਾ ਜੀ ਖੰਡ ਪਾਠ ਕਰਾਉਣਾ, ਭੇਟਾ 9500। ਉਹਦੇ ਹੱਥ ਚੋਂ ਡੱਬਾ ਡਿੱਗ ਪਿਆ। ਕਹਿੰਦਾ ਉਹ ਬਾਬੇ ਸ਼ਰਮ ਕਰੋ, ਇੰਨੇ ਪੈਸੇ, ਇੰਨੇ ਦਾ ਤੇ 3 ਪਾਠ ਹੋ ਜਾਂਦੇ। ਤੇ ਮੈਂ ਕਿਹਾ ਕਰਾ ਲਓ। ਕਿੰਨੀ ਕੁ ਗੱਲ, ਮੈਂ ਗੱਲ ਧਿਆਨ ਦਿਓ ਜੀ, ਬੋਲਿਓ ਨਾ, ਕਥਾ ਚੱਲ ਰਹੀ। ਗੁਰੂ ਮਹਾਰਾਜ ਕਿਰਪਾ ਕਰੇ ਵੀ ਅੱਜ ਇਹ ਬੱਚੀ ਨੇ ਗਲਤੀ ਕੀਤੀ, ਜ਼ਿੰਮੇਵਾਰ ਕੌਣ ਆਪਾਂ? ਕਿਉਂਕਿ ਜਦੋਂ ਗੰਦੇ ਗਾਣੇ ਗਾਉਣ ਵਾਲਿਆਂ ਨੂੰ ਸੱਦ ਕੇ ਵਿਆਹਾਂ 'ਚ 5 ਲੱਖ ਦੇ ਕੇ ਨਾਲ ਫੋਟੋਆਂ ਲਵਾਉਂਦੇ ਜੇ, ਨਾਲੇ ਉੱਤੋਂ ਦੀ 2-2 ਲੱਖ ਸੁੱਟਦੇ ਜੇ, ਤੇ ਫਿਰ ਇਦਾਂ ਹੀ ਹੋਣਾ। ਜੇ ਕਿਤੇ ਚੰਗਾ ਢਾਡੀ ਸੱਦਿਆ, ਬੱਚੇ ਗੱਤਕੇ ਵਾਲੇ ਸੱਦੇ ਹੋਣ, ਉਹ ਤੁਹਾਨੂੰ ਚੰਗੀ ਸਿੱਖਿਆ ਦੇਣ, ਤੇ ਤੁਹਾਡੇ ਬੱਚੇ ਇਦਾਂ ਕਰਨੀ ਨਾ। ਪਰ ਕੌਣ ਪੁੱਛਦਾ? ਕਹਿੰਦੇ ਰੰਗਾ ਰੰਗ ਪ੍ਰੋਗਰਾਮ ਜ਼ਰੂਰੀ ਆ। ਕਈ ਤੇ ਸੁਖਮਨੀ ਸਾਹਿਬ ਨਹੀਂ ਕਰਾਉਂਦੇ, ਕਹਿੰਦੇ ਬਾਬਾ ਬੌਲੀ ਸਾਹਿਬ ਹੀ ਕਰਾ ਲਾਂਗੇ ਘਰ 'ਚ, ਤੇ ਫਿਰ ਸ਼ਰਾਬ ਸ਼ਰੂਬ ਵਗੈਰਾ। ਵਾਹ ਓਏ ਸਿੱਖਾ, ਤੇਰੇ ਘਰ 'ਚ ਸ਼ਰਾਬਾਂ ਨੂੰ, ਮੀਟਾਂ ਨੂੰ, ਕੰਜਰਾਂ ਨੂੰ ਜਗ੍ਹਾ ਮਿਲ ਗਈ, ਪਰ ਗੁਰੂ ਨੂੰ ਕਿਤੇ 2 ਘੰਟੇ ਨਹੀਂ ਲੱਗਿਆ। ਡੁੱਬਣਾ ਹੀ ਹੈ ਆਪਾਂ ਆਪ। ਡੁੱਬੇ ਚੋ ਵੇਦ ਮੈਂ ਚੇਲੇ ਦੀਏ। ਤੋ ਇਸ ਕਰਕੇ ਕਿਤੇ ਨਾ ਕਿਤੇ ਗਾਈਡੈਂਸ ਗਲਤ ਹੈ। ਮੈਂ ਅੱਜ ਬੱਚੇ ਨੂੰ ਵੇਖ ਕੇ ਤੇ ਮੈਨੂੰ ਯਾਦ ਆ ਗਈ ਭਾਈ ਬਹੋੜੂ ਦੀ, ਵੀ ਇੱਕ ਸਿੱਖ ਦੇ ਸਾਹਮਣੇ ਕੀ ਹੋਇਆ। ਤੇ ਗੁਰੂ ਸਾਹਿਬ ਨੇ ਆਖਿਆ ਸੀ, ਜਿਹੜਾ ਵੀ ਤੇਰੇ ਘਰੇ ਆਵੇ ਮੇਰਾ ਰੂਪ ਸਮਝੀ। ਤੇ ਗੁਰੂ ਅਰਜਨ ਸਾਹਿਬ ਨੇ ਜੱਫੀ ਪਾਲੀ, ਕਹਿੰਦੇ ਪੁੱਤ ਅੱਜ ਤੂੰ ਕਿਸੇ ਦੀ ਪੱਤ ਢੱਕੀ ਹੈ, ਭਾਵੇਂ ਤੇਰੀ ਧੀ ਸੀ। ਅਸੀਂ ਸਮਝਦੇ ਇੱਕ ਬਾਪ ਦਾ ਅੰਦਰ ਕਿੰਨਾ ਪਰੇਸ਼ਾਨ ਹੋ ਜਾਂਦਾ ਜਦੋਂ ਇਦਾਂ ਸਾਹਮਣੇ ਹੋਵੇ, ਪਰ ਤੂੰ ਉਸ ਵੇਲੇ ਗਰਮ ਨਹੀਂ ਹੋਇਆ, ਤੂੰ ਉਸ ਵੇਲੇ ਕਲਪਿਆ ਨਹੀਂ, ਤੂੰ ਦੋਨਾਂ ਨੂੰ ਮਾਰਿਆ ਕਿਉਂ ਨਹੀਂ? ਭਾਈ ਬਹੋੜੂ ਕਹਿੰਦੇ ਪਾਤਸ਼ਾਹ ਮੈਨੂੰ ਤੇ ਬੈੱਡ ਤੇ ਤੁਸੀਂ ਨਜ਼ਰ ਆਏ, ਕਿਉਂਕਿ ਤੁਸੀਂ ਮੈਨੂੰ ਬਚਨ ਦੇ ਕੇ ਗਏ ਸੀ ਕਿ ਪੁੱਤ ਜਿਹੜਾ ਵੀ ਤੇਰੇ ਘਰ ਆਵੇ ਮੇਰਾ ਰੂਪ ਸਮਝੀ ਮਾਰੇ। ਕਹਿੰਦੇ ਭਾਈ ਬਹੋੜੂ ਤੂੰ ਅੱਜ ਸਾਡੇ ਪਿਆਰ ਦਾ ਪਰਦਾ ਢੱਕਿਆ ਏ, ਆਪਣੇ ਬੱਚਿਆਂ ਦਾ ਪਰਦਾ ਢੱਕਿਆ ਏ। ਜਾ ਅਸੀਂ ਬਚਨ ਕਰਦੇ, ਦਰਗਾਹ 'ਚ ਰੱਬ ਤੇਰਾ ਪਰਦਾ ਢੱਕੂ। ਬੋਲੇ ਸੋ ਨਿਹਾਲ। ਤੁਸੀਂ ਉਹਨਾਂ 'ਚ ਆਉਣਾ ਏ, ਰੌਲਾ ਪਾਉਣ ਵਾਲਿਆਂ 'ਚ ਨਹੀਂ ਆਪਣਾ ਨਾਂ ਲਿਖਾਉਣਾ, ਕਿਉਂਕਿ ਤੁਹਾਡਾ ਬਿਰਦ ਵੱਡਾ ਏ। ਤੁਹਾਡੇ ਗੁਰੂ ਨਾਨਕ ਦਾ ਦਿਲ ਬੜਾ ਹੀ ਵੱਡਾ ਏ, ਤਾਂ ਤੇ ਕਹਿ ਦਿੱਤਾ ਸਭ ਤੇ ਵੱਡਾ ਜਿਨ ਕਲ ਰੱਖੀ ਮੇਰੀ। ਤੋ ਇਸ ਕਰਕੇ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਮਹਾਰਾਜ ਨੇ ਬਹੁਤ ਵੱਡਾ ਕੁਝ ਆਪਾਂ ਨੂੰ ਦਿੱਤਾ। ਅੱਜ ਕ੍ਰਾਂਤੀ ਦਾ ਦਿਨ, ਸੰਗਰਾਂਦ ਕਰਕੇ ਮੈਂ ਇਸ ਪਾਸੇ ਵਹਿ ਗਿਆ। ਸੁਣਾਉਣਾ ਤੇ ਬਹੁਤ ਕੁਝ ਹੈ, ਘੜੀ ਬੜੀ ਤੇਜ਼ ਚੱਲ ਗਈ ਹੈ। ਤੋ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ 12 ਮਾਹ ਮਹੀਨੇ ਮਾਝ ਰਾਗ ਹੈ, 5ਵੇਂ ਪਾਤਸ਼ਾਹ ਚੌਥੇ ਘਰ ਵਿੱਚ। ਓੰਕਾਰ ਸਤਿਗੁਰ ਪ੍ਰਸਾਦ। ਉਹ ਹਰੀ ਪ੍ਰਮਾਤਮਾ ਇੱਕ ਹੈ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਕੋਈ ਰਾਮ ਕਹਿੰਦਾ, ਕੋਈ ਹਰੀ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਗੋਡ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ ਹੈ। ਸੁਨ ਪ੍ਰੇਮ ਉਮਾਹੜਾ ਕਿਉ ਮਿਲਿਆ ਹਰਿ ਜਾਇ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਅੱਸੂ ਦੇ ਮਹੀਨੇ 'ਚ ਸਾਡੇ ਅੰਦਰ ਹਾੜ ਆ ਗਿਆ। ਕਾਹਦਾ ਹਾੜ ਆ ਗਿਆ? ਤੇਰੇ ਪਿਆਰ ਦਾ। ਆਪਾਂ ਕਹਿੰਦੇ ਨਾ ਅੱਜ ਮੈਨੂੰ ਖੁਸ਼ੀਆਂ ਦਾ ਹਾੜ ਆ ਗਿਆ। ਜਦੋਂ ਖੁਸ਼ੀ ਮਿਲੇ ਫਿਰ ਸਾਂਭੀ ਨਹੀਂ ਜਾਂਦੀ, ਘਰ ਘਰ ਜਾ ਕੇ ਸੱਦੇ ਦੇਈਦੇ, ਜੀ ਆਇਆਂ ਨੂੰ, ਜੀ ਆਇਆਂ ਨੂੰ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਅੱਸੂ ਦਾ ਮਹੀਨਾ ਚੜਿਆ। ਇਹ ਮਹੀਨਾ ਬੜਾ ਮਿੱਠਾ ਜਿਹਾ, ਦਿਨੇ ਗਰਮੀ ਤੇ ਰਾਤ ਨੂੰ ਠੰਡ ਹੋ ਜਾਣੀ ਹੈ। ਹਵਾ 'ਚ ਵੀ ਨਮੀ ਆ ਗਈ ਹੈ, ਮੌਸਮ ਦਿਨ ਦਾ ਫਰਕ ਪੈ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਮਹੀਨਾ ਵੀ ਬੜਾ ਪਿਆਰਾ ਏ। ਇਸ ਮਹੀਨੇ ਦੇ ਵਿੱਚ ਸਾਡੇ ਜਗਿਆਸੂ ਦੇ ਅੰਦਰ ਹੜ ਆ ਗਿਆ ਹੈ ਤੇਰੇ ਪਿਆਰ ਦਾ। ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੇ ਮਾਏ। ਕਹਿੰਦੇ ਮੇਰੇ ਮਨ ਤੇ ਤਨ ਦੇ ਵਿੱਚ ਇੰਨੀ ਕੁ ਪਿਆਸ ਪੈ ਗਈ, ਹੁਣ ਪਾਣੀ ਦੀ ਤੇਹ ਲੱਗੀ ਹੋਵੇ ਤੇ ਕਈ ਵਾਰੀ ਬੰਦਾ ਸਮਾਗਮ 'ਚ ਉੱਠ ਕੇ ਵੀ ਚੱਲ ਜਾਂਦਾ, ਇੱਕ ਵਾਰ ਪਾਣੀ ਪੀ ਆਵਾਂ, ਕਿਰਿਆ ਕਰ ਆਵਾਂ।
ਤੇ ਗੁਰੂ ਅਰਜਨ ਸਾਹਿਬ ਕਹਿੰਦੇ ਮੇਰੇ ਮਨ ਤੇ ਤਨ ਵਿੱਚ ਇੰਨੀ ਕੁ ਪਿਆਸ ਹੈ ਤੇ ਮੇਰੀ ਮਾਏ ਮੈਨੂੰ ਛੇਤੀ ਦੱਸ ਦੇ ਵੀ ਕੌਣ ਹੈ ਇਸ ਧਰਤੀ ਤੇ, ਕੌਣ ਇਸ ਧਰਤੀ ਤੇ ਜਿਹੜਾ ਮੈਨੂੰ ਛੇਤੀ ਛੇਤੀ ਉਹ ਆਬੇ ਹਯਾਤ ਦੀ ਬੂੰਦ ਦਵੇ ਜਿਹੜੀ ਮੇਰੀ ਠੰਡ ਪਾ ਦੇ, ਮੇਰਾ ਅੰਦਰ ਟਿਕ ਜਾਵੇ, ਕੋਈ ਆਣ ਮਿਲਾਵੇ ਮਾਏ। ਇਹ ਮੇਰੀ ਮਾਂ ਕੌਣ ਹੈ ਇਸ ਧਰਤੀ ਦੇ ਉੱਤੇ ਜਿਹੜਾ ਰੱਬ ਦੇ ਨਾਲ ਮਿਲਾ ਦੇਵੇ। ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾਂ ਪਾਏ। ਤੇ ਅੱਗੋਂ ਆਵਾਜ਼ ਪਤਾ ਕੀ ਆਈ, ਕਹਿੰਦੇ ਪਿਆਸ ਬੁਝਾਉਣੀ ਚਾਹਣਾ ਹੈ, ਬੋਲੋ ਵਾਹਿਗੁਰੂ। ਮਿਲਣਾ ਚਾਹਣਾ ਹੈ, ਬੋਲੋ ਜੀ। ਮਿਲਣਾ ਚਾਹਣਾ ਹੈ ਤੇ ਮਹਾਰਾਜ ਕਹਿੰਦੇ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗੋਂ ਪਾਏ। ਬਾਬਾ ਨਾਰ ਸਿੰਘ ਜੀ ਮਹਾਂਪੁਰਖਾਂ ਦਾ ਜੀਵਨ ਸੀ। ਉਹਨਾਂ ਕਿਸੇ ਬੱਚੇ ਨੇ ਕਥਾ ਕੀਰਤਨ ਕਰਨਾ, ਗ੍ਰੰਥੀ ਨੇ ਉੱਠਣਾ ਨਾ, ਇਹ ਬਾਬਾ ਜੀ ਉਹਨਾਂ ਨੇ ਆਵਾਜ਼ ਮਾਰ ਕੇ ਤੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ। ਸਿੱਖਾਂ ਨੇ ਰੋਸ ਕੀਤਾ, ਕਹਿੰਦੇ ਮਹਾਂਪੁਰਖੋ ਤੁਹਾਡਾ ਚਿੱਟਾ ਦਾੜਾ, ਤੁਸੀਂ ਸਿਆਣੇ ਤੇ ਨਿੱਕੇ ਨਿੱਕੇ ਬੱਚੇ ਕੀਰਤਨ ਕਥਾ ਕਰਦੇ ਤੇ ਇਹਨਾਂ ਦੇ ਪੈਰੀਂ ਹੱਥ ਕਿਉਂ ਲਾਉਂਦੇ ਜੇ? ਤੇ ਮਹਾਂਪੁਰਖ ਕਹਿੰਦੇ ਤੁਹਾਨੂੰ ਨਹੀਂ ਪਤਾ, ਜਦੋਂ ਉੱਥੇ ਬਹਿ ਕੇ ਬੋਲਦੇ ਇਹ ਥੋੜਾ ਬੋਲਦੇ ਆ, ਇਹਨਾਂ ਦੀ ਰਸਨਾ ਤੇ ਗੁਰੂ ਨਾਨਕ ਬੋਲਦਾ। ਗੁਰੂ ਨਾਨਕ ਨੂੰ ਮੈਂ ਸੁਣਿਆ ਇਹਨਾਂ ਦੇ ਮੂੰਹ ਦੇ ਵਿੱਚੋਂ, ਇਹਨਾਂ ਨੂੰ ਤੇ ਮੈਂ ਜਾਣਦਾ ਹੀ ਨਹੀਂ। ਇਹ ਬਾਤ ਸੱਚ ਹੈ। ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਕਿ ਮੈਂ ਪਤਾ ਨਹੀਂ ਕਿੰਨੀਆਂ ਥਾਵਾਂ ਤੇ ਰਾਤ ਰਿਹਾ ਹੋਵਾਂਗਾ, ਕਿੱਥੇ ਸਮਾਗਮ ਕੀਤੇ, ਮੈਂ ਜਾਣਦਾ ਹੀ ਨਹੀਂ ਕਿਸੇ, ਪਰ ਇੰਨਾ ਪਿਆਰ ਵੀ ਆਪਣੇ ਆਪ ਤੋਂ ਵੀ ਜ਼ਿਆਦਾ ਕਿਉਂ ਕੀਤਾ। ਉਦਾਂ ਕਿਸੇ ਦੇ ਘਰ ਰਾਤ ਨੂੰ ਕੌਣ ਵਰਤਦਾ? ਗੁਰੂ ਨਾਨਕ ਸਾਹਿਬ। ਤੋ ਇਸ ਕਰਕੇ ਬਾਬਾ ਜੀ ਕਹਿੰਦੇ ਅਸੀਂ ਸਤਿਕਾਰ ਕਰਦੇ ਇਹਨਾਂ ਦੇ ਮੁਖ ਤੋਂ। ਗੁਰੂ ਨਾਨਕ ਸੁਣਿਆ ਬਾਬਾ ਸੁੰਦਰ ਸਿੰਘ ਦੇ ਬਚਨ ਸੀ, ਕਹਿੰਦੇ ਬਾਬਾ ਬੁੱਢਾ ਜੀ ਨੂੰ ਸੋਨੇ ਦੀ ਪਾਲਕੀ 'ਚ ਪਤਾ ਕਿਉਂ ਭਾਇਆ ਗੁਰੂ ਹਰਗੋਬਿੰਦ ਸਾਹਿਬ ਨੇ? ਕਹਿੰਦੇ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰਾਂ ਕੀ ਗੁਰੂ ਹੈ, ਪਰ ਜਿੰਨਾ ਚਿਰ ਵਜ਼ੀਰ ਰਾਜੇ ਦੇ ਨਾਲ ਸਲਾਹ ਨਹੀਂ ਕਰਦਾ ਉਹਨਾਂ ਚਿਰ ਰਾਜਾ ਹੁਕਮ ਨਹੀਂ ਸੁਣਾਉਂਦਾ। ਵਜ਼ੀਰ ਤਾਬਿਆ ਬਵੇਗਾ, ਮੰਗਲਾ ਚਰਨ ਪੜ੍ਹ ਕੇ ਰਮਾਲਾ ਚੁੱਕੇਗਾ ਤੇ ਪ੍ਰਗਟ ਗੁਰਾਂ ਦੀ ਦੇਹ ਨਾਲ ਤੁਹਾਡਾ ਮੇਲ ਹੋਊ। ਵਜ਼ੀਰ ਦੀ ਕੋਈ ਛੋਟੀ ਹਸਤੀ ਨਹੀਂ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਆਪੇ ਤਾਂ ਪ੍ਰਕਾਸ਼ ਹੋਣੇ ਨਹੀਂ ਉੱਥੋਂ ਆ ਕੇ, ਆਪੇ ਤਾਂ ਬੋਲਣਾ ਨਹੀਂ ਹਜ਼ੂਰ ਨੇ, ਉਹਦੇ ਵਿੱਚ ਕੋਈ ਪਿਆਰਾ ਚਾਹੀਦਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਉਹ ਕਹਿੰਦੇ ਇਸ ਕਰਕੇ ਸਾਧ ਸੰਗਤ ਜੀ ਜਿੱਥੇ ਗੁਰੂ ਸਾਹਿਬ ਦਾ ਅਦਬ ਸਤਿਕਾਰ ਹੈ ਉੱਥੇ ਪਿਆਰੇ ਦਾ ਕਰੋ। ਕਈ ਪਿਆਰੇ ਇਦਾਂ ਦੇ ਵੇਖੇ, ਮੈਂ ਪੈਲਸ 'ਚ ਅਰਦਾਸ ਕੀਤੀ ਸਜਣੋ, ਅਰਦਾਸ ਕਰਕੇ ਮੈਂ ਵਾਪਸ ਆਇਆ ਤੇ ਲੰਮਾ ਦਾੜਾ ਚੋਲਾ ਪਾਇਆ, ਤੁਰੇ ਜਾਂਦਿਆਂ ਉਹ ਬੰਦੇ ਨੇ ਜੇਬ ਦੇ ਵਿੱਚ ਕੁਝ ਪਾਇਆ ਤੇ ਜਦੋਂ ਜੇਬ 'ਚੋਂ ਕੱਢ ਕੇ ਵੇਖਿਆ ਤੇ 2100 ਰੁਪਈਆ। ਤੇ ਇੱਕ ਉਹ ਹੁੰਦੇ ਜਿਨ੍ਹਾਂ ਦੇ ਮਗਰ ਜਾਣਾ ਪੈਂਦਾ ਕਿ ਭਾਈ 5 ਕਿਲੋਮੀਟਰ ਮੋਟਰਸਾਈਕਲ ਤੇ ਆਏ ਆ, ਅਰਦਾਸ ਭੇਟਾ 50 ਰੁਪਏ ਕੱਢ ਕੇ ਦੇ ਦੇਣਗੇ, ਤੇਲ ਪਵਾ ਲਈ ਸੌਖਾ ਚੱਲ ਜਾਏਗਾ। ਤੇ ਜੇ ਕਿਤੇ ਉੱਥੇ ਡਾਂਸਰਾਂ ਤੇ ਹੋਣ ਤਾਂ ਫਿਰ ਦੱਥੀ ਕੱਢ ਕੇ ਲੈ ਜਾਓ। ਗੁੱਸਾ ਨਹੀਂ, ਅੱਜ ਕ੍ਰਾਂਤੀ ਦਾ ਦਿਨ ਹੈ, ਕਿੱਦਣ ਅਕਲ ਆਉਣੀ ਆਪਾਂ ਨੂੰ। ਆਪਣੇ ਸਾਹਮਣੇ ਕਿਨੇ ਕਿਨੇ ਸੋਹਣੇ ਬੱਚੇ ਤਬਾਹ ਹੋ ਗਏ, ਉਹ ਬੱਚਾ ਕਿਸੇ ਦਾ ਨਹੀਂ, ਉਹ ਧੀ ਕਿਸੇ ਦੀ ਨਹੀਂ, ਆਪਣੀ ਹੈ। ਆਪਣੀ ਸਮਝ ਕੇ ਦਰਦ ਮਹਿਸੂਸ ਕਰਿਓ ਵੀ ਉਹ ਬੱਚਾ ਸਾਡਾ ਏ, ਉਹ ਬੱਚੀ ਵੀ ਸਾਡੀ ਹੈ। ਅੱਜ ਉਹ ਬੱਚੀ ਦੀ ਜ਼ਿੰਦਗੀ ਵੀ ਬਰਬਾਦ ਹੈ ਕਿਉਂਕਿ ਉਹਨੂੰ ਕਲੰਕ ਏਡਾ ਲੱਗ ਗਿਆ, ਸਾਰੀ ਜ਼ਿੰਦਗੀ ਲੈਣਾ ਨੇ, ਭਾਵੇਂ ਉਹ ਜੀਵੇ, ਉਹ ਲੈਣਾ ਥੋੜੀ ਹੈ। ਆ ਤੇ ਨੈਟ ਦਾ ਜ਼ਮਾਨਾ, ਪਹਿਲੇ ਸਮੇਂ ਚੰਗੇ ਸੀ, ਕੋਈ ਗੱਲ ਹੋ ਜਾਂਦੀ ਪੜਦਾ ਪੈ ਜਾਣਾ। ਹੁਣ ਤੇ ਵੀਡੀਓ ਇਦਾਂ ਦੀਆਂ ਜਿਹੜੀਆਂ ਭਾਵੇਂ 50 ਸਾਲਾਂ ਬਾਅਦ ਕੱਢ ਲਾ। 2 ਜ਼ਿੰਦਗੀਆਂ ਬਰਬਾਦ ਹੋਈਆਂ ਤੇ ਕਾਰਨ ਕੀ? ਅੱਜ ਦਾ ਮਾਹੌਲ, ਜੋ ਕੁਝ ਸਾਡੀ ਥਾਲੀ ਦੇ ਵਿੱਚ ਇਹ ਕਲਾਕਾਰੀ ਦੁਨਿਆਵੀ ਲੋਕੀ ਪਰੋਸ ਰਹੇ, ਅਸੀਂ ਛਕਦੇ। ਮੈਂ ਮਾਣ ਕਰਦਾ ਕਿੰਨੀ ਸੰਗਤ ਜੁੜ ਕੇ ਬੈਠੀ, ਵਿੱਚ ਨੌਜਵਾਨ ਬੈਠੇ, ਭੈਣਾਂ ਬੈਠੀਆਂ। ਜੇ ਰਸ ਆਉਂਦਾ ਤੇ ਤੁਸੀਂ ਤੇਲ ਬਾਲ ਕੇ ਆਉਣੇ, ਨਹੀਂ ਤੇ ਮੈਨੂੰ ਖੁਦ ਆਪਣੇ ਰਿਸ਼ਤੇਦਾਰਾਂ ਕੋਲ ਗਏ ਨੂੰ 5-6 ਸਾਲ ਹੋ ਜਾਂਦੇ। ਅਗਲੇ ਗੁੱਸਾ ਮਨਾ ਕੇ ਟੁੱਟ ਗਏ ਆ ਵੀ ਤੁਸੀਂ ਆਉਂਦੇ ਹੀ ਨਹੀਂ ਕਿਤੇ। ਅੱਜ ਵੀ ਦਿੱਲੀ ਜਾਣਾ ਸੀ, ਕੁਝ ਸੰਗਤ ਰੂਹਾਂ ਨੇ ਨਾਲ ਸੀ, ਪਰ ਗੁਰੂ ਸਾਹਿਬ ਦਾ ਫੇਰ ਜਾਂਦੇ ਜਾਂਦੇ ਰਹਿ ਗਏ। ਤੇ ਉਹ ਨਾਲ ਦੇ ਵੀ ਕਹਿਣ ਲੱਗੇ, ਮਨ 'ਚ ਫਿਰ ਇਹੀ ਗੱਲ ਆ ਗਈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਵੱਡੀ, ਕਿਉਂਕਿ ਸੰਗਤਾਂ ਦੇ ਕੌਲ ਆ ਗਈ, ਕੱਲ ਨਹੀਂ ਆਏ। ਕਈ ਸੰਗਤਾਂ ਪੁੱਛਦੀਆਂ ਵੀ ਤੁਸੀਂ ਆਉਣਾ ਏ, ਫਿਰ ਅਸੀਂ ਆ ਜਾਈਏ। ਮੈਂ ਝੂਠ ਨਹੀਂ ਮਾਰਦਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼।
ਫਿਰ ਮਨ 'ਚ ਆਉਂਦਾ ਹੈ ਵੀ ਇੱਕ ਦੇ ਜਾਣ ਨਾਲ ਜੇ 50 ਖਰਾਬ ਹੁੰਦੇ ਤੇ ਫਿਰ ਨਹੀਂ ਜਾਣਾ ਚਾਹੀਦਾ। ਤੇ ਇਸ ਕਰਕੇ ਮਾਣ ਵੀ ਹੁੰਦਾ ਜਦੋਂ ਕੋਈ ਇੰਨਾ ਪਿਆਰ ਕਰੇ, ਇੱਦਾਂ ਲੱਗਦਾ ਜਿਵੇਂ ਲੱਖ ਰੁਪਈਆ ਪਿਆਰ ਦੇਤਾ ਹੁੰਦਾ। ਸਭ ਤੋਂ ਵੱਡਾ ਪਿਆਰ ਇਹੀ ਹੁੰਦਾ ਏ। ਤੋ ਮਹਾਰਾਜ ਕਹਿੰਦੇ ਜੇ ਰੱਬ ਨੂੰ ਮਿਲਣਾ ਹੈ ਤੇ ਸਾਧੂਆਂ ਦੇ ਕੋਲ ਜਾ, ਸੰਤ ਸੰਗਤ ਵਿੱਚ ਜਾ, ਉਹਨਾਂ ਦੇ ਕੋਲ ਤਾਕਤ ਹੈ, ਤੇਰੀ ਰੇਖ 'ਚ ਮੇਖ ਮਾਰ ਕੇ ਮਿਲਾ ਦੇਣਗੇ। ਜਿੱਦਾਂ ਇੱਕ ਵਾਰ ਤੁਹਾਨੂੰ ਕਥਾ ਵੀ ਸੁਣਾਈ ਹੈ ਕਿ ਇੱਕ ਮਾਈ, ਮੈਨੂੰ ਜ਼ਿਕਰ ਭੁੱਲ ਗਿਆ ਮਹਾਂਪੁਰਖਾਂ ਦਾ ਨਾਮ, ਉਹਨਾਂ ਦੇ ਚਰਨਾਂ 'ਚ ਮਾਤਾ ਗਈ, ਗਰੀਬ ਬੜੇ ਸੀ ਤੇ ਨਾਲ ਉਹਦਾ ਬੇਟਾ ਸੀ, ਟੁੱਟਾ ਜਿਹਾ ਸਕੂਟਰ ਲੈ ਕੇ ਖੜਕਦਾ ਜਿਹਾ, ਤੇ ਸੰਤ ਬੈਠੇ ਬੋਰੀ ਤੇ, ਬੜੀ ਸੰਗਤ ਬੈਠੀ ਤੇ ਮਾਂ ਵੀ ਚਲੇ ਗਈ। ਮਾਂ ਲੱਭਦੀ ਕਿਤੇ, ਸਾਰੀ ਜ਼ਿੰਦਗੀ ਸਾਡੇ ਲਈ ਸੀਸਾਂ ਮੰਗਦੀ ਰਹਿੰਦੀ, ਜਦੋਂ ਸੀਸਾਂ ਰੱਬ ਸੁਣ ਲੈਂਦਾ ਸੀ ਮਾਂ ਨੂੰ ਹੀ ਭੁੱਲ ਜਾਂਦੇ। ਪਹਿਲਾਂ ਸਾਨੂੰ ਮਾਂ ਨੇ ਮੰਗਿਆ, ਫਿਰ ਸਾਡੇ ਵਾਸਤੇ ਨੌਕਰੀ ਮੰਗੀ, ਫਿਰ ਸਾਡੇ ਵਾਸਤੇ ਵਾਈਫ ਮੰਗੀ, ਫਿਰ ਸਾਡੇ ਵਾਸਤੇ ਪੁੱਤ ਮੰਗੇ, ਪਰ ਜਦੋਂ ਟਾਈਮ ਆਇਆ ਉਹ ਵਿਚਾਰੀ ਇਕੱਲੀ ਬਹਿ ਗਈ, ਉਹਨੂੰ ਕੋਈ ਪੁੱਛਦਾ ਹੀ ਨਹੀਂ। ਮਾਂ ਦਾ ਦਿਲ ਰੱਬ ਵਰਗਾ, ਕਿਉਂਕਿ ਰੱਬ ਤੇ ਮਾਂ ਇੱਕ ਹੈ। ਰੱਬ ਵੀ ਤੁਹਾਨੂੰ ਅੱਖਾਂ ਦਿੱਤੀਆਂ, ਕੰਨ ਦਿੱਤੇ, ਜ਼ੁਬਾਨ ਦਿੱਤੀ, ਹੱਥ ਦਿੱਤੇ, ਤੇ ਜਦੋਂ ਤੁਸੀਂ ਜਵਾਨ ਹੋਏ ਤੇ ਉਹਨੂੰ ਆਸ ਸੀ ਵੀ ਇਹਨੂੰ ਮੈਂ ਇੰਨਾ ਸੋਹਣਾ ਬਣਾਇਆ, ਇਹਨਾਂ ਅੱਖਾਂ ਨਾਲ ਬਾਣੀ ਪੜੂ, ਨਹੀਂ ਪੜੀ, ਇਹਨਾਂ ਕੰਨਾਂ ਨਾਲ ਕਥਾ ਕੀਰਤਨ ਸੁਣੂ, ਭੱਜ ਜਾਂਦਾ, ਵੇਖ ਕੇ ਕਹਿੰਦਾ ਬਾਬੇ ਲੱਗਣ ਲੱਗੇ, ਉਹ ਕੁਰਸੀ ਤੇ ਚੱਲਦੇ ਆ, ਬਾਅਦ ਚ ਆਵਾਂਗੇ। ਏਦਾਂ ਹੀ ਹੁੰਦਾ ਨਾ ਵਿਆਹ ਸ਼ਾਦੀ ਸੁਖਮਨੀ ਸਾਹਿਬ ਤੇ, ਕਹਿੰਦੇ ਜੀ ਕੀਰਤਨ ਵਾਲੇ ਢਾਡੀ ਉਹ ਆ ਜਾਓ, ਉੱਥੇ ਝੱਟ ਪਏ ਤੇ ਚੱਲਦੇ, ਇਹਨਾਂ ਤੇ ਐਵੇਂ ਡਿੰਗੀ ਜਾਣਾ ਬਾਬਿਆਂ, ਕਈ ਇੱਦਾਂ ਬੋਲਦੇ ਹੈ। ਤੋ ਕਹਿੰਦੇ ਕੰਨ ਦਿੱਤੇ ਸੀ ਬਾਣੀ ਲਈ, ਨਹੀਂ ਸੁਣੀ, ਅੱਖਾਂ ਦਿੱਤੀਆਂ ਸੀ, ਨਹੀਂ ਵੇਖਿਆ, ਜ਼ੁਬਾਨ ਦਿੱਤੀ ਸੀ, ਸਿਮਰਨ ਨੂੰ ਨਹੀਂ ਕੀਤਾ, ਹੱਥ ਦਿੱਤੇ ਸੀ, ਸੇਵਾ ਨੂੰ ਨਹੀਂ ਕੀਤੀ, ਪੈਰ ਦਿੱਤੇ ਸੀ ਵੀ ਭੱਜਿਆ ਹੀ ਆਈ ਗੁਰੂ ਘਰ ਨੂੰ, ਸਾਧ ਸੰਗਤ ਭੱਜ ਕੇ ਆ ਜੀ, ਪਰ ਨਹੀਂ ਗਿਆ। ਤੇ ਫਿਰ ਕਹਿੰਦੇ ਮਾਂ ਵੀ ਮੰਗਦੀ ਰਹਿ ਗਈ ਤੇ ਮਗਰੋਂ ਕਦਰ ਨਹੀਂ, ਰੱਬ ਨੇ ਵੀ ਇੰਨਾ ਕੁਝ ਦੇਤਾ ਫਰੀ 'ਚ, ਪਰ ਉਹਨੇ ਜਿਹੜੀ ਆਸ ਰੱਖੀ ਸੀ ਆਪਣੇ ਤੋਂ ਪੂਰੀ ਨਹੀਂ ਹੋਈ, ਆਪਾਂ ਉਸ ਪਾਸੇ ਤੁਰੇ ਨਹੀਂ। ਇਸ ਕਰਕੇ ਮਾਂ ਕਹਿੰਦੀ, ਮਹਾਂਪੁਰਖੋ ਅਰਦਾਸ ਹੈ ਮੇਰੀ, ਕਿਤੇ ਸਾਡੇ ਤੇ ਵੀ ਕਿਰਪਾ ਕਰ ਦਿਓ, ਸਾਡੇ ਵੀ ਦਿਨ ਮੁੜਨਗੇ, ਤੁਸੀਂ ਮੋੜ ਦਿਓ, ਇੰਨੇ ਲੋਕੀ ਅਰਦਾਸਾਂ ਕਰਾਉਂਦੇ, ਕਿਤੇ ਸਾਡੇ ਵੀ ਦਿਨ ਮੁੜਨ। ਤੇ ਮਹਾਂਪੁਰਖ ਚੁੱਪ ਕਰ ਗਏ, ਕੁਝ ਮਿੰਟ ਸੋਚਦੇ ਰਹੇ। ਕਈ ਵਾਰੀ ਮੈਂ ਅਤੀ ਸਤਿਕਾਰਯੋਗ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਉਹਨਾਂ ਨਾਲ ਪ੍ਰੇਮ, ਮਹਾਂਪੁਰਖ ਬੜਾ ਪਿਆਰ ਵੀ ਕਰਦੇ, ਉਹਨਾਂ ਦੀਆਂ ਨੇਤਰਾਂ 'ਚੋਂ ਮੈਂ ਇਹ ਚੀਜ਼ ਤੱਕਦਾ ਹੁੰਦਾ ਜਦੋਂ ਬੈਠੇ ਹੁੰਦੇ ਨਾ ਸੰਗਤਾਂ ਵਿੱਚ, ਗੰਭੀਰ ਉਹਨਾਂ ਦਾ ਚਿਹਰਾ। ਅੱਜ ਵੀ ਤੁਸੀਂ ਆਮ ਹੀ ਮੋਬਾਈਲਾਂ ਤੇ ਮਹਾਂਪੁਰਖਾਂ ਦੇ ਦਰਸ਼ਨ ਕਰਦੇ ਹੋ, ਤੇ ਉਹ ਜੇ ਸਟੇਜ ਤੇ ਵੀ ਬੋਲਣ ਤੇ ਬੜਾ ਸੋਚ ਕੇ ਬੜਾ ਲੰਮਾ ਸਮਾਂ ਫਿਰ ਜ਼ੁਬਾਨ 'ਚੋਂ ਗੱਲ ਕੱਢਦੇ ਆ, ਕਿਉਂਕਿ ਜਦੋਂ ਬੰਦੇ ਦਾ ਅੰਦਰ ਟਿਕਣਾ ਸ਼ੁਰੂ ਹੋ ਜਾਂਦਾ ਨਾ, ਉਹਦੇ ਗਲੇ ਦਾ ਤਰੀਕਾ ਆਪਣੇ ਆਪ ਹੀ ਥੱਲੇ ਆ ਜਾਂਦਾ ਹੈ। ਜਿੰਨਾ ਚਿਰ ਅਜੇ ਕੁਛ ਨਹੀਂ ਉਹ ਬੰਦਾ ਉੱਚਾ ਬੋਲੂਗਾ, ਉਹਦੀ ਰਸ ਨਹੀਂ ਆਉਣਾ। ਤੇ ਮਹਾਂਪੁਰਖ 5-7 ਮਿੰਟਾਂ 'ਚ ਭਾਵੇਂ 2 ਗੱਲਾਂ ਹੀ ਕਰਨ, ਤੇ ਕਰਨੀਆਂ ਇਦਾਂ ਦੀਆਂ ਜਿਹੜੀਆਂ ਦਰਗਾਹ ਤੱਕ ਜਾਣੀਆਂ। ਇੱਕ ਮੂਰਖ 24 ਘੰਟੇ ਬੋਲਦਾ, ਉਹਦਾ ਕਦਰ ਕੋਨੀ। ਤੋ ਇਸ ਕਰਕੇ ਮਹਾਂਪੁਰਖ ਚੁੱਪ ਬੈਠੇ ਰਹੇ। ਮਾਤਾ ਕਹਿੰਦੀ, ਬਾਬਾ ਜੀ ਗਰੀਬ 10-10 ਰੁਪਈਏ ਟੇਕੇ ਤਾਂ ਨਹੀਂ ਬੋਲੇ, ਤੇ ਆ ਬਾਕੀ ਸੰਗਤ ਨੂੰ ਕਿੰਨਾ ਪਿਆਰ ਕਰਦੇ ਐ, ਤੇ ਅਸੀਂ ਵੀ ਅਰਦਾਸ ਕੀਤੀ ਵੀ ਸਾਡੇ ਵੀ ਦਿਨ ਮੁੜਨਗੇ। ਤੇ ਮਹਾਂਪੁਰਖਾਂ ਨੇ ਕੀ ਕੀਤਾ, ਆਪਣੀ ਜੇਬ 'ਚੋਂ 50 ਰੁਪਈਏ ਕੱਢੇ। 50 ਰੁਪਈਏ ਕੱਢ ਕੇ ਕਹਿੰਦੇ, ਲੈ ਬੀਬੀ, ਕਹਿੰਦੀ ਮਹਾਂਪੁਰਖੋ ਸਾਡਾ ਮਜ਼ਾਕ ਉਡਾਉਣੇ ਐ ਵੀ 10-10 ਅਸੀਂ ਟੇਕੇ, ਅਸੀਂ ਗਰੀਬ ਕਰਕੇ, ਤੁਸੀਂ ਸਗੋਂ 30 ਕੋਲੋਂ ਪਾ ਕੇ 50 ਦੇਣ ਲੱਗੇ। ਮਹਾਂਪੁਰਖ ਕਹਿੰਦੇ, ਬੀਬੀ ਰੱਖ ਲਾ। ਕਹਿੰਦੀ ਮਹਾਂਪੁਰਖੋ ਮਜ਼ਾਕ ਨਾ ਉਡਾਓ, 50 ਦੇ ਨਾਲ ਮੇਰਾ ਘਰ ਭਰਨਾ, ਜੇ ਦੇਣੀਆਂ ਤੇ ਕੋਈ ਸੀਸ ਦਿਓ, ਕਿਤੇ ਸਾਡੇ ਵੀ ਦਿਨ ਮੁੜਨ, ਕੋਠੀਆਂ ਗੱਡੀਆਂ, ਸਾਡਾ ਵੀ 4 ਦਿਨ ਕਿਤੇ ਮੈਲ ਲੈ ਜੇ, ਗਿੱਟਿਆਂ ਤੋਂ ਕਿਤੇ ਸੁੱਖ ਲਈਏ। ਮਹਾਂਪੁਰਖਾਂ ਨੇ ਫੇਰ ਪੈਸੇ ਫੜਾਏ ਤੇ ਬੀਬੀ ਦੇ ਹੱਥਾਂ 'ਚ ਡਿੱਗ ਪਏ। ਕਹਿਣ ਲੱਗੀ, ਮਹਾਂਪੁਰਖੋ ਮਰਜ਼ੀ ਤੁਹਾਡੀ, ਚੰਗਾ ਫਿਰ ਅਸੀਂ ਪੈਸੇ ਲੈਣ ਥੋੜ੍ਹਾ ਆਏ। ਤੇ ਸੇਵਾਦਾਰ ਨੂੰ ਮਹਾਂਪੁਰਖ ਕਹਿੰਦੇ ਗੰਭੀਰ ਹੋ ਗਏ, ਨੇਤਰਾਂ 'ਚ ਜਲ ਵੀ ਆਇਆ, ਕਹਿੰਦੇ ਇਹਨਾਂ ਨੂੰ ਜਲ ਪਾਣੀ ਛਕਾਓ। ਅੱਜ ਵੀ ਮੈਂ ਇਹ ਚੀਜ਼ ਵੇਖੀ ਹੈ, ਕਿਉਂਕਿ ਵਰਤੀ ਦਾ ਸੰਤਾਂ ਸਾਧੂਆਂ ਨਾਲ ਬਹੁਤ ਨਿਮਰਤਾ, ਜਾਂਦਿਆਂ ਹੀ ਕਹਿਣਗੇ ਬੈਠੋ ਪਿਆਰਿਓ, ਚਾਹ ਪਾਣੀ ਛਕਾਓ। ਗਾਈਡਨੈਸ ਪਹਿਲਾਂ ਹੁੰਦੀ ਹੈ, ਪਿਆਰ ਦੇ ਬੋਲ, ਦੁੱਧ ਛਕਾਓ, ਬਹਿ ਜਾਓ ਜੀ, ਜੀ ਆਇਆਂ ਕਹਿ ਦਿਓ, ਵੱਡੀ ਭੇਟਾ ਹੁੰਦੀ ਹੈ, ਰੱਬ ਦਿੰਦਾ ਤਾਂ ਆਪ ਹੀ ਸਭ ਕੁਝ। ਜਲ ਪਾਣੀ ਛਕਾਇਆ। ਜਦੋਂ ਚੱਲੇ ਤੇ ਮਹਾਂਪੁਰਖਾਂ ਨੂੰ ਫੇਰ ਤਰਸ ਆਇਆ।
ਤੇ ਮਹਾਂਪੁਰਖਾਂ ਆਵਾਜ਼ ਮਾਰੀ ਸੇਵਕ ਨੂੰ, ਕਹਿੰਦੇ ਬੀਬੀ ਨੂੰ ਨਾ ਬੁਲਾਈ, ਇਹਦੇ ਮੁੰਡੇ ਨੂੰ ਬੁਲਾ ਕੇ ਲਿਆ। ਉਹਨੇ ਮਗਰੋਂ ਜਾ ਕੇ ਇਸ਼ਾਰਾ ਕੀਤਾ, ਕਹਿੰਦੇ ਤੁਹਾਨੂੰ ਕੱਲਿਆਂ ਨੂੰ ਬੁਲਾਉਂਦੇ, ਤੂੰ ਬੀਬੀ ਨੂੰ ਨਹੀਂ ਲਿਜਾਣਾ ਨਾਲ। ਬੱਚਾ ਚਲੇ ਗਿਆ। ਮਹਾਂਪੁਰਖਾਂ ਨੇ 50 ਰੁਪਏ ਕੱਢੇ ਤੇ ਜੇਬ 'ਚ ਆਪ ਹੀ ਪਾ ਦਿੱਤੇ। ਜਦੋਂ ਪਾਤੇ ਬੱਚਾ ਕੋਲ ਆਏ ਤੇ ਉਹ ਬੀਬੀ ਗਾੜੀ ਬੰਦੂਕ ਸੁਭਾਅ ਹੁੰਦਾ ਨਾ, ਕਾਹਤੋਂ ਸੱਦਿਆ ਸੀ, ਕੀ ਲੈਣ ਗਿਆ ਸੀ? ਉਹ ਡਰ ਗਿਆ। ਕਹਿੰਦਾ ਬੀਬੀ ਉਹ ਜਿਹੜੇ 50 ਰੁਪਏ ਸੁੱਟੇ ਸੀ ਨਾ ਬਾਬਾ ਜੀ ਨੇ ਮੇਰੀ ਜੇਬ 'ਚ ਪਾ ਦੇ। ਬੀਬੀ ਨੇ ਕੱਢੇ ਬਾਹਰ। ਅਸੀਂ ਮੰਗਤੇ ਹਾਂ, ਅਸੀਂ ਭਿਖਾਰੀ ਹਾਂ, ਤਕੜਿਆਂ ਦੀਆਂ ਅਰਦਾਸਾਂ ਕਰਦੇ ਵੀ, ਜਿੱਦਾਂ ਮੈਨੂੰ ਵੀ ਕਈ ਵਾਰ ਕਹਿੰਦੇ ਕਈ ਤੁਹਾਡੇ, ਕਹਿੰਦੇ ਬਾਬਾ ਵੀ ਤਕੜਿਆਂ ਦਾ ਹੀ ਹੈ, ਬਾਬਾ ਵੀ ਵੱਡਿਆਂ ਨੂੰ ਮਿਲਦਾ, ਸਾਨੂੰ ਗਰੀਬਾਂ ਨੂੰ ਤੇ ਫਤਿਹ ਨਹੀਂ ਬੁਲਾਉਂਦਾ। ਤੇ ਉਹ ਕਹਿੰਦੇ ਅਸੀਂ ਪੈਸੇ ਲੈਣ ਨਹੀਂ ਆਏ, ਚੱਕ ਕੇ ਮਾਰੇ। ਤੇ ਲਾਗੇ ਇੱਕ ਸੇਵਕ ਬੈਠਾ ਸੀ ਸਾਹਿਬ ਸਿੰਘ ਵਰਗਾ, ਉਹਨੇ ਚੁੱਕ ਕੇ ਝੋਲੀ 'ਚ ਪਾ ਲਿਆ। ਅਜੇ ਇੰਨੀ ਦੇਰ ਸੀ ਤੇ ਬੱਚੇ ਦੇ ਮਨ 'ਚ ਫੁਰਨਾ ਬਣਿਆ ਵੀ ਚੱਲ ਬੀਬੀ ਮਹਾਂਪੁਰਖਾਂ ਨਾਲ ਬੈਸਦੀ ਐ, ਉਹਨਾਂ ਚਿਰ ਮੈਂ ਸੜਕ ਦੇ ਪਾਰ ਆਪਣਾ ਸਕੂਟਰ ਕਰ ਲਾਂ। ਫਿਰ ਪਿਆ ਅੱਗੇ ਸੀ, ਬਿਧ ਬਣ ਗਈ। ਤੇ ਜਦੋਂ ਮਾਤਾ ਇੱਧਰ ਰੁੱਝ ਗਈ ਤੇ ਉਹ ਮਨ 'ਚ ਫੁਰਨਾ ਆਇਆ ਵੀ ਮੈਂ ਕਿਉਂ ਨਾ ਸੜਕ ਦੇ ਕ੍ਰੋਸ ਕਰ ਲਾਂ, ਅਗਲੇ ਬੰਨੇ ਜਾ ਕੇ ਬੀਬੀ ਨੂੰ ਭਾਲਾਂਗਾ, ਟ੍ਰੈਫਿਕ ਹੋਏਗੀ। ਜਦੋਂ ਬੱਚੇ ਨੇ ਸਕੂਟਰ ਉੱਤੇ ਚੜਾਇਆ ਸੜਕ ਦੇ, ਇੰਨੀ ਤੇਜ਼ ਟਰੱਕ ਆਇਆ, ਉਸ ਬੱਚੇ ਨੂੰ ਫੇਕ ਕੇ ਸੁੱਟ ਗਿਆ। ਤੇ ਜਦੋਂ ਮਾਤਾ ਦੀ ਨਿਗਾਹ ਪਈ ਤੇ ਉੱਥੇ ਤਾਂ ਰੌਲਾ ਪੈ ਗਿਆ, ਪਿੱਟਣਾ ਸ਼ੁਰੂ ਕਰਤਾ। ਮਾਤਾ ਉੱਚੀ ਉੱਚੀ ਰੋਈ ਤੇ ਮਹਾਂਪੁਰਖਾਂ ਨੂੰ ਕਹਿੰਦੀ ਲੋਕੀ ਤੁਹਾਡੇ ਘਰ ਆਉਂਦੇ ਐ ਗੁਰੂ ਘਰ ਦੇ ਵਜ਼ੀਰ ਸਮਝ ਕੇ, ਤੁਸੀਂ ਤਾਂ ਮੇਰਾ ਘਰ ਝਾੜਤਾ। ਮਹਾਂਪੁਰਖ ਕਹਿੰਦੇ ਬੀਬੀ 3 ਵਾਰੀ ਤੇਰੇ ਤਰਲੇ ਲੈ, ਅਸੀਂ ਕੀ ਕਰੀਏ? ਕਹਿੰਦੇ ਜਦੋਂ ਤੁਸੀਂ ਆ ਕੇ ਮੱਥਾ ਟੇਕਿਆ ਸੀ ਨਾ, ਮੈਂ ਤੁਹਾਡੇ ਚਿਹਰੇ ਵੱਲ ਵੇਖਿਆ ਸੀ, ਮੈਨੂੰ ਪਤਾ ਸੀ ਮਾਂ ਤੇਰੇ ਪੁੱਤ ਨੇ ਮਰ ਜਾਣਾ। ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਹਿ। ਅੱਖਾਂ ਪੜ੍ਹ ਲੈਂਦੇ ਸਾਧੂ ਕਹਿਣ ਲੱਗੇ ਮਾਂ ਮੈਨੂੰ ਪਤਾ ਸੀ 15 ਮਿੰਟ ਤੇਰੇ ਪੁੱਤ ਦੀ ਜ਼ਿੰਦਗੀ ਹੈ ਤੇ ਤੂੰ ਅਰਦਾਸ ਕਰਾਉਂਦੀ ਬਾਬਾ ਜੀ ਸਾਡੇ ਵੀ ਦਿਨ ਮੁੜਨਗੇ। ਤੇ ਦਿਨ ਤੇ ਤਾਂ ਹੀ ਮੁੜਨੇ ਜੇ ਔਲਾਦ ਸਲਾਮਤ ਹੋਊਗੀ। ਜਦੋਂ ਬੱਚੇ ਜਵਾਨ ਏਦਾਂ ਹੋ ਜਾਣ ਤੇ ਘਰ ਮੁੱਦੇ ਹੋ ਜਾਂਦੇ ਹੈ। ਰੱਬ ਨਾ ਕਰੇ ਕਿਤੇ ਇਕਨਾਂ ਦੇ ਘਰ ਧੀਆਂ ਉਹਨਾਂ ਦੇ ਦੋਤਰੇ, ਇਕਨਾਂ ਦੇ ਘਰ ਪੁੱਤ ਉਹਨਾਂ ਦੇ ਪੋਤਰੇ, ਇਕਨਾਂ ਦਾ ਇੱਕੋ ਇੱਕ ਤੇ ਉਹ ਵੀ ਜਾਏ ਮਰ। ਕੌਣ ਆਖੇ ਸਾਹਿਬਾ ਇੰਜ ਨਹੀਂ, ਇੰਜ ਕਰ। ਕਹਿੰਦੇ ਮੈਂ ਵੇਖਿਆ ਸੀ ਮਾਂ ਤੂੰ ਅਰਦਾਸ ਕੀਤੀ ਕਿਤੇ ਸਾਡੇ ਵੀ ਦਿਨ ਮੁੜਨਗੇ। ਮੇਰੇ ਅੰਦਰ ਪਿਆਰ ਜਾਗਿਆ ਵੀ ਦਿਨ ਤਾਂ ਮੁੜਨੇ, ਪੁੱਤ ਇੱਕ ਹੈ ਤੇ ਉਹ ਵੀ ਮਰਨ ਲਈ ਤਿਆਰੀ 'ਚ ਹੈ। ਕਹਿਣ ਲੱਗੇ ਫਿਰ ਮੈਂ ਖੁਦਾ ਦੇ ਘਰ ਆਵਾਜ਼ ਮਾਰ ਕੇ ਆਖਿਆ ਸੀ ਰੱਬ ਜੀ ਮੈਂ ਕਦੇ ਕੁਝ ਨਹੀਂ ਮੰਗਿਆ, ਸੰਗਤ ਵਾਸਤੇ ਸੰਤ ਸਹਾਈ ਪ੍ਰੇਮ ਕੇ ਤਿੰਨ ਕਹਿ ਲਗਾ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਤੂੰ ਸਾਡੇ ਕੋ ਆਈ ਸੀ, ਅਸੀਂ ਰੱਬ ਦੇ ਘਰੋਂ 50 ਸਾਲ ਉਮਰ ਮੰਗਾਈ। ਉਹ 50 ਰੁਪਈਏ ਨਹੀਂ ਸੀ, 50 ਸਾਲ ਉਮਰ ਸੀ ਤੇਰੇ ਪੁੱਤ ਨੂੰ ਦੇਣ ਲੱਗੇ। ਤੂੰ 3 ਵਾਰੀ ਛੁੱਟ ਗਈ ਐ। ਜੇ ਕਿਤੇ 7 ਵਚਨ ਕਹਿ ਕੇ ਜੇਬ 'ਚ ਪਾਉਂਦੀ ਤੇ 50 ਸਾਲ ਹੋਰ ਜੀਂਦਾ। ਕਈ ਵਾਰੀ ਸਾਧੂ ਇਦਾਂ ਦੀ ਰਮਜ ਖੇਡ ਦਿੰਦੇ ਹਨ। ਪ੍ਰਭ ਕਿਉ ਸੁਖ ਪਾਈਐ ਤੁਜੀ ਨਾਹੀ ਜਾਏ। ਕਹਿੰਦੇ ਪ੍ਰਮਾਤਮਾ ਦੇ ਪਿਆਰ ਤੋਂ ਬਿਨਾ ਕਿਸੇ ਨੂੰ ਕਦੇ ਸੁੱਖ ਨਹੀਂ ਮਿਲਦਾ। ਜਿਨੀ ਜਾਗਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਕਹਿੰਦੇ ਜਿਨ੍ਹਾਂ ਨੂੰ ਪ੍ਰੇਮ ਦਾ ਰਸ ਆਉਣ ਲੱਗ ਪਏ, ਭਾਵ ਗੁਰਬਾਣੀ ਸੇਵਾ ਸਿਮਰਨ ਵਿੱਚ ਵੀਰ ਜੀ ਬੈਠੇ ਮੇਰੇ ਭਾਈ ਗੁਰਦਿਆਲ ਸਿੰਘ ਜੀ, ਅਖੰਡ ਪਾਠ ਸਾਹਿਬ ਚੱਲਦਾ, ਬੜਾ ਪਿਆਰ ਕੀਤਾ, ਪਹਿਲੀ ਵਾਰੀ ਮਿਲੇ ਆ। ਤੇ ਭਾਈ ਸਾਹਿਬ ਕਹਿੰਦੇ ਮੇਰਾ ਜੀ ਕਰਦਾ ਮੈਂ ਰੋਜ਼ ਸੇਵਾ ਕਰਿਆ ਕਰ, ਰੋਜ਼। ਇਹ ਸੱਚ ਹੈ। ਜਦੋਂ ਕਿਸੇ ਨੂੰ ਰਸ ਆਉਂਦਾ ਨਾ, ਉਹਨੂੰ ਘਰ ਦੇ ਰਸਿਆਂ ਨਾਲ ਬੰਨ ਲੈਣ, ਉਹਨੇ ਫੇਰ ਆ ਜਾਣਾ। ਇਹ ਰਸ ਹੀ ਹੈ। ਮਹਾਰਾਜ ਕਹਿੰਦੇ ਜਦੋਂ ਕਿਸੇ ਨੂੰ ਗੁਰਬਾਣੀ ਕਥਾ ਕੀਰਤਨ 'ਚ ਰਸ ਆਵੇ, ਜਿੱਦਾਂ ਅਮਲੀ ਨੂੰ ਨਸ਼ਾ ਲੱਗ ਜੇ ਤੇ ਬੂਹੇ ਭੰਨ ਕੇ ਮਾਤਾ ਬਾਪੂ ਨੂੰ ਕੁੱਟ ਕੇ ਵੀ ਸਮੈਕ ਪੀਣ ਚਲ ਜਾਂਦੇ ਕਿ ਨਹੀਂ? ਕੋਈ ਰੋਕ ਸਕਦਾ ਉਹਨਾਂ ਨੂੰ? ਇਸ ਕਰਕੇ ਇਹ ਵੀ ਇੱਕ ਅਸਰ ਅਮਲ ਹੈ ਗੁਰੂ ਘਰ ਦਾ, ਜਿਹਨੂੰ ਮਹਾਰਾਜ ਕਹਿੰਦੇ ਜਿਹਨੂੰ ਇੱਕ ਵਾਰੀ ਰਸ ਆਵੇ ਉਹਨੂੰ ਭਾਵੇਂ ਸਾਰੀ ਦੁਨੀਆ ਗੱਲਾਂ ਕਰੇ, ਉਹਨੂੰ ਜੋ ਕੋਈ ਮਰਜ਼ੀ ਕਵੇ ਉਹ ਫਿਰ ਕਦੇ ਨਹੀਂ ਹਟਦਾ। ਆਪ ਤਿਆਗ ਬਿਨਤੀ ਕਰੈ ਦੇਹੋ ਪ੍ਰਭੂ ਲੜ ਲਾਏ। ਕਹਿੰਦੇ ਆਪਣਾ ਆਪ ਤਿਆਗ ਕੇ ਗੁਰੂ ਸਾਹਿਬ ਦੇ ਅੱਗੇ ਖੜਾ ਹੋ ਕੇ ਬੇਨਤੀ ਕਰਿਆ ਕਰ, ਮਹਾਰਾਜ ਮੈਂ ਇੱਕੋ ਹੀ ਚੀਜ਼ ਮੰਗਦਾ, ਮੈਨੂੰ ਆਪਣੇ ਲੜ ਲਾ ਲਓ।
ਮੈਨੂੰ ਆਪਣੇ ਕੋਲ ਲਈ ਜਗ੍ਹਾ ਬਹਿਣ ਲਈ ਦੇ ਦਿਓ, ਬਸ ਕੁਛ ਨਹੀਂ ਮੰਗਦਾ। ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੇ ਨਾ ਜਾਏ। ਗੁਰੂ ਅਰਜਨ ਸਾਹਿਬ ਕਹਿੰਦੇ ਆਪਾਂ ਕਿੰਨਿਆਂ ਨੂੰ ਮਿਲੇ ਜ਼ਿੰਦਗੀ 'ਚ, ਕਿੰਨੇ ਬਣੇ, ਫਿਰ ਨਵੇਂ ਬਣ ਗਏ, ਫਿਰ ਟੁੱਟ ਗਏ, ਇੱਕ ਦਿਨ ਛੁੱਟ ਜਾਣੇ ਐ। ਪਰ ਗੁਰੂ ਸਾਹਿਬ ਨੂੰ ਇੱਕ ਵਾਰੀ ਤੁਸੀਂ ਪਾ ਲਓ ਮਾਰ 'ਚ, ਸੱਚੇ ਪਾਤਸ਼ਾਹ ਕਹਿੰਦੇ ਮੈਂ ਛੱਡਦਾ ਨਹੀਂ। ਤੇਰੇ ਭੈਣ ਭਰਾ ਤੈਨੂੰ ਲੱਕੜਾਂ 'ਚ ਛੱਡ ਜਾਣਗੇ, ਉੱਥੇ ਭੁੱਲ ਜਾਣਾ ਸਾਰਿਆਂ ਨੇ, ਪਰ ਇੱਕ ਵਾਰੀ ਮੇਰੇ ਵਾਸਤੇ ਰੋਜ਼ ਬਹਿਣ ਵਾਲਿਆ ਪਿਆਰ ਕਰਕੇ ਵੇਖੀ, ਵਿਛੜ ਕਤੇ ਨਾ ਜਾਏ। ਰੱਬ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਣਾਏ। ਕਹਿੰਦੇ ਐ ਮੇਰੇ ਪਾਤਸ਼ਾਹ ਮੈਂ ਸਾਰੀ ਦੁਨੀਆ ਘੁੰਮ ਕੇ ਵੇਖ ਲਈ, ਬੜੇ ਲੋਕਾਂ ਨਾਲ ਵਰਤ ਕੇ ਵੇਖ ਲਿਆ, ਮਤਬਲੀ ਹੈ ਲੋਕ, ਪਰ ਬਾਬਾ ਅੱਜ ਤੇਰੇ ਘਰ ਵਰਤ ਕੇ ਵੇਖਣ ਲੱਗਾ ਏ, ਬਸ ਮੈਨੂੰ ਆਪਣੇ ਨਾਲ ਵਰਤਨ ਜੋਗਾ ਬਣਾ ਦੇ। ਤੇਰੇ ਘਰ ਵਰਗਾ ਕੋਈ ਦੂਜਾ ਘਰ ਨਹੀਂ ਹੈ। ਅਸੂ ਸੁਖੀ ਵਸੰਦੀਆਂ ਜਿਨਾ ਮਾਇਆ ਹਰਿ ਰਾਏ। ਮਾਰੇ ਕਹਿੰਦੇ ਅਸੂ ਦੇ ਮਹੀਨੇ 'ਚੋਂ ਰੂਹਾਂ ਬੜੀਆਂ ਹੀ ਸੌਖੀਆਂ ਰਹਿੰਦੀਆਂ ਜਿਨ੍ਹਾਂ ਨੇ ਆਪਣੇ ਰੱਬ ਨੂੰ ਪਿਆਰ ਕੀਤਾ, ਜਿਨ੍ਹਾਂ ਦੇ ਉੱਤੇ ਰੱਬ ਜੀ ਦਿਆਲ ਹੋਏ। ਇਹ ਗੁਰੂ ਗਰੀਬ ਨਵਾਜ ਜੀ ਦੀ ਕਿਰਪਾ ਵਰਤੀ ਹੈ। ਅਸੂ ਸੁਖੀ ਵਸੰਦੀਆਂ ਜਿਨਾ ਮਾਇਆ ਹਰਿ ਰਾਏ। ਧੰਨ ਮੇਰੇ ਮਹਾਰਾਜ ਜੀ ਕਹਿੰਦੇ ਅਸੂ ਦੇ ਮਹੀਨੇ 'ਚੋਂ ਰੂਹਾਂ ਬੜੇ ਸੁਖ ਮਾਣਦੀਆਂ ਹਨ ਜਿਨ੍ਹਾਂ ਨੂੰ ਪਿਆਰ ਹੋ ਗਿਆ, ਜਿਨ੍ਹਾਂ ਦੇ ਉੱਤੇ ਗੁਰੂ ਨੇ ਤਰਸ ਕੀਤਾ, ਕਿਉਂਕਿ ਬੰਦਾ ਬੰਦੇ ਨੂੰ ਕੋਲੇ ਨਹੀਂ ਬਿਠਾਉਂਦਾ। ਕਈ ਵਾਰੀ ਆਪਾਂ ਝੂਠ ਮਾਰ ਦਿੰਨੇ ਵੀ ਭਾਈ ਮੈਂ ਘਰੇ ਨਹੀਂ, ਮੈਂ ਇੱਥੇ ਨਹੀਂ। ਜੇ ਪਿਆਰ ਵਾਲਾ ਉਹਨੂੰ ਆਪਾਂ ਲਾਗੇ ਬਿਠਾਈਦਾ ਤੇ ਤੁਹਾਨੂੰ ਕਿੰਨਾ ਪਿਆਰ ਕੀਤਾ ਗੁਰੂ ਅਰਜਨ ਸਾਹਿਬ ਨੇ। ਤੁਸੀਂ ਰੋਜ਼ ਮਾਰੇ ਦੀ ਗੋਦੀ 'ਚ ਬਹਿੰਦੇ ਆ ਤੇ ਇੱਥੇ ਉਹੋ ਹੀ ਬਹਿ ਸਕਦਾ ਜਿਹਨੂੰ ਗੁਰੂ ਪਿਆਰ ਕਰੇ। ਜਿਨ੍ਹਾਂ ਮਾਇਆ ਦੀ ਅਰਥ ਬਹੁਤ ਜ਼ਿਆਦੇ ਨੇ, ਦਇਆ ਵੀ ਹੈ, ਤਰਸ ਵੀ ਹੈ, ਕਿ ਜਿਨ੍ਹਾਂ ਦੇ ਉੱਤੇ ਗੁਰੂ ਨੂੰ ਥੋੜੀ ਜਿਹੀ ਖੁਸ਼ੀ ਆ ਗਈ ਫਿਰ ਉਹਨਾਂ ਨੂੰ ਆਪੇ ਹੀ ਲੈ ਆਉਂਦਾ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਵਾਹਿਗੁਰੂ ਜੀ ਕਾ ਬੋਲੇ